ਕਹਾਇਓ। ਜੋਤੀ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਾਇਆ ਹੈ। ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ ਹਨ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਲੜੀਵਾਰ ਰੂਪ ਦੇ ਵਿੱਚ ਜੋ ਅੱਜ ਦਾ ਪਾਵਨ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦੁਆਰਾ 18ਵੀਂ ਪੌੜੀ ਦੇ ਵਿੱਚ ਮਹਾਨ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਇੱਕ ਤਾਂ ਸਹਿਜ ਦਾ ਜ਼ਿਕਰ ਕੀਤਾ ਹੈ ਔਰ ਇੱਕ ਸਹਿਸੇ ਦਾ ਜ਼ਿਕਰ ਕੀਤਾ ਹੈ। ਜੋ ਜੀਵ ਦੇ ਅੰਦਰ ਸਹਿਸਾ ਬਣਿਆ ਹੋਇਆ ਹੈ, ਸਹਿਸੇ ਦਾ ਭਾਵ ਹੈ ਸ਼ੰਕਾ, ਤੌਖਲਾ, ਕਿ ਮਨ ਦੇ ਵਿੱਚ ਤ੍ਰਿਪਤੀ ਨਹੀਂ ਹੈ, ਤਸੱਲੀ ਨਹੀਂ ਹੈ, ਅੰਦਰ ਡੋਲਦਾ ਰਹਿੰਦਾ ਹੈ, ਅੰਦਰ ਸੰਦੇਹ ਸ਼ੱਕ ਬਣਿਆ ਰਹਿੰਦਾ ਹੈ। ਤਾਂ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪੱਤ, ਭੰਨਣ ਘੜਨ ਸਮਰੱਥ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਰਮੀ ਸਹਜ ਨਾਮ ਉਪਜੈ। ਕਰਮੀ ਤੋਂ ਭਾਵ ਹੈ ਕਿ ਕਰਮ ਕਰਨ ਦੇ ਨਾਲ, ਕਰਮੀ ਸਹਿਜ ਨਾ ਉਪਜੈ। ਸਤਿਗੁਰੂ ਕਹਿੰਦੇ ਵੀ ਕਰਮ ਕਰਨ ਦੇ ਨਾਲ ਸਹਿਜ ਨਹੀਂ ਪੈਦਾ ਹੋਵੇਗਾ, ਕੱਲੇ ਕਰਮ ਦੇ ਨਾਲ ਕਰਮੀ ਸਹਿਜ ਨਾ ਉਪਜੈ, ਸਹਿਜ ਅਵਸਥਾ ਨਹੀਂ ਪੈਦਾ ਹੋਵੇਗੀ, ਆਤਮਿਕ ਅਡੋਲਤਾ ਨਹੀਂ ਪੈਦਾ ਹੋਵੇਗੀ। ਜਿੰਨਾ ਚਿਰ ਜੀਵ ਪ੍ਰੇਮ ਦੇ ਸਹਿਤ ਨਹੀਂ ਹੁੰਦਾ ਹੈ, ਕਿਉਂਕਿ ਕਰਮ ਜੇ ਪ੍ਰੇਮ ਤੋਂ ਬਿਨਾਂ ਕੀਤਾ ਜਾਵੇ ਉਹ ਫਿਰ ਇਕੱਲਾ ਕਰਮ ਹੀ ਰਹਿ ਜਾਂਦਾ ਹੈ, ਧਰਮ ਨਹੀਂ ਬਣਦਾ ਹੈ। ਪਰ ਸਤਿਗੁਰੂ ਜੀ ਨੇ ਆਖਿਆ ਵੀ ਕਰਮ ਨੂੰ ਪ੍ਰੇਮ ਦੇ ਨਾਲ ਕਰ, ਫਿਰ ਉਹ ਕਰਮ ਧਰਮ ਬਣ ਜਾਵੇਗਾ। ਕਰਮ ਕਾਂਡ ਆਮ ਹੀ ਆਪਾਂ ਇਹ ਸੁਣਦੇ ਹਾਂ ਕਿ ਜੀਵ ਕਰਮ ਕਾਂਡ ਵਿੱਚ ਫਸੇ ਹੋਏ ਹਨ। ਕਰਮ ਕਾਂਡ ਦੇ ਵਿੱਚ ਇਹ ਜੀਵ ਕਰਮ ਕਾਂਡ ਹੀ ਕਰ ਰਿਹਾ ਹੈ। ਉਂਝ ਕਾਂਡ ਨਾਮ ਹਿੱਸੇ ਦਾ ਹੁੰਦਾ ਹੈ। ਇੱਕ ਕਰਮ ਕਾਂਡ ਹੈ, ਇੱਕ ਉਪਾਸ਼ਨਾ ਕਾਂਡ ਹੈ ਤੇ ਤੀਸਰਾ ਗਿਆਨ ਕਾਂਡ ਹੈ। ਇਹ ਤਿੰਨ ਪੜਾਅ ਹਨ
ਕਰਮ ਵੀ ਕਰਨਾ ਹੈ, ਉਪਾਸਨਾ ਵੀ ਕਰਨੀ ਹੈ ਤੇ ਗਿਆਨ ਵੀ ਪ੍ਰਾਪਤ ਕਰਨਾ ਹੈ। ਕਿਉਂਕਿ ਫੁੱਲਾਂ ਤੋਂ ਬਾਅਦ ਵਿੱਚ ਹੀ ਫਲ ਪੈਂਦੇ ਹਨ ਤੇ ਫੁੱਲ ਵੀ ਜ਼ਰੂਰੀ ਆ, ਸਿੱਧੇ ਫਲ ਤਾਂ ਲੱਗਦੇ ਨਹੀਂ। ਫੁੱਲ ਵੀ ਜ਼ਰੂਰੀ ਹਨ, ਪਰ ਫੁੱਲ ਓਨਾ ਚਿਰ ਹਨ ਜਿੰਨਾ ਚਿਰ ਫਲ ਨਹੀਂ ਪੈਂਦਾ। ਜਦੋਂ ਫਲ ਪੈ ਜਾਵੇ ਤੇ ਫੁੱਲ ਝੜ ਜਾਂਦੇ ਆ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਅੰਦਰ ਫਰਮਾਇਆ ਕਿ ਜਿੰਨੀ ਵੀ ਬਨਸਪਤੀ ਫੁੱਲਾਂ ਦੇ ਨਾਲ ਫੁੱਲੀ ਹੋਈ ਹੈ ਨਾ, ਉਹ ਫਲ ਦੀ ਪ੍ਰਾਪਤੀ ਦੇ ਵਾਸਤੇ ਹੀ ਫੁੱਲਾਂ ਦੇ ਨਾਲ ਪ੍ਰਫੁੱਲਤ ਹੋ ਰਹੀ ਹੈ। ਉਹ ਫੁੱਲਾਂ ਤੋਂ ਬਾਅਦ ਵਿੱਚ ਉਹਨੂੰ ਫਲ ਪਵੇਗਾ ਤੇ ਜਦੋਂ ਫਲ ਪੈ ਜਾਵੇ ਤੇ ਸੁਭਾਵਿਕ ਹੀ ਫੁੱਲ ਜਿਹੜੇ ਉਹ ਝੜ ਜਾਂਦੇ ਆ, ਫੁੱਲ ਡਿੱਗ ਜਾਂਦੇ ਆ, ਫਿਰ ਫੁੱਲਾਂ ਦੀ ਕੋਈ ਲੋੜ ਨਹੀਂ ਰਹਿੰਦੀ ਹੈ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਜਦੋਂ ਫਲ ਲੱਗ ਗਿਆ ਤੇ ਫਿਰ ਫੁੱਲ ਜਿਹੜੇ ਉਹ ਨਾਸ ਹੋ ਗਏ, ਖਤਮ ਹੋ ਗਏ, ਝੜ ਗਏ। ਇਸੇ ਤਰ੍ਹਾਂ ਗਿਆਨ ਦੀ ਪ੍ਰਾਪਤੀ ਤੋਂ ਪਹਿਲਾਂ, ਗਿਆਨ ਤਾਂ ਫਲ ਹੈ, ਜੋ ਕਰਮ ਹੈ, ਉਪਾਸਨਾ ਹੈ, ਇਹ ਫੁੱਲ ਹਨ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮ ਹੈ ਨਾਸ। ਗਿਆਨ ਦੀ ਪ੍ਰਾਪਤੀ ਵਾਸਤੇ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਹੀ ਕਰਮਾਂ ਦਾ ਅਭਿਆਸ ਕਰਨਾ ਹੈ, ਕਰਮ ਕਰਨੇ ਹਨ। ਤੇ ਕਰਮ ਅਨੇਕ ਪ੍ਰਕਾਰ ਦੇ ਹੁੰਦੇ ਆ। ਇੱਕ ਨਿਤ ਕਰਮ ਹੁੰਦਾ ਵੀ ਇਹ ਨਿਤ ਕਰਨਾ, ਰੋਜ਼ ਕਰਨਾ ਹੈ, ਉਹਨੂੰ ਆਪਾਂ ਨਿਤ ਨੇਮ ਵੀ ਕਹਿ ਦਿੰਦੇ ਆ। ਉਹ ਨੇਮ ਜਿਹੜਾ ਨੇਮ ਰੋਜ਼ ਨਿਭਾਉਣਾ ਹੈ, ਉਹ ਕਰਮ ਜਿਹੜਾ ਰੋਜ਼ ਕਰਨਾ ਹੈ। ਨਿਤ ਕਰਮ, ਨਿਤ ਨੇਮ। ਤੇ ਜਿਹੜਾ ਮਹੀਨੇ ਮੱਸਿਆ ਕੀਤਾ ਜਾਵੇ ਤੇ ਫਿਰ ਵੀ ਆਖੇ ਵੀ ਅੱਜ ਮੈਂ ਨਿਤ ਨੇਮ ਕਰਨ ਲੱਗਾ ਹਾਂ, ਉਹ ਤੇ ਕਹਿਣ ਮਾਤਰ ਹੀ ਹੈ ਨਾ। ਮਹੀਨੇ ਬਾਅਦ ਕਰਕੇ ਆਖੇ ਵੀ ਅੱਜ ਨਿਤਨੇਮ ਕਰ ਲਈਏ, ਉਹ ਤਾਂ ਫਿਰ ਮਹੀਨੇ ਦਾ ਨੇਮ ਹੋਇਆ ਨਾ। ਨਿਤ ਦਾ ਨੇਮ ਤਾਂ ਉਹ ਆ ਜਿਹੜਾ ਰੋਜ਼ ਕੀਤਾ ਜਾਵੇ, ਉਹਨੂੰ ਕਿਹਾ ਹੈ ਨਿਤਨੇਮ। ਤੇ 29 ਦਿਨ ਕਰੇ ਨਾ, 30ਵੇਂ ਦਿਨ ਕਰੇ ਤੇ ਆਖੇ ਵੀ ਅੱਜ ਨਿਤਨੇਮ ਕਰ ਲਈਏ, ਉਹ ਤਾਂ ਕਹਿਣ ਮਾਤਰ ਹੈ। ਫਿਰ ਇਸ ਕਰਕੇ ਕਰਮ ਜਿਹੜੇ ਆ ਕੁਝ ਸਤਿਗੁਰੂ ਜੀ ਨੇ ਐਸੇ ਦਿੱਤੇ ਆ ਵੀ ਇਹ ਗੁਰਸਿੱਖਾਂ ਤੈਨੂੰ ਨਿਤ ਕਰਨੇ ਪੈਣੇ ਆ। ਇਹ ਕਰਮ, ਇਸ਼ਨਾਨ ਨਿਤ ਕਰ, ਨਾਮ ਨਿਤ ਜਪ। ਨਾਮ ਜਪਣਾ ਵੀ ਇੱਕ ਕਰਮ ਹੈ। ਜੋ ਕੁਝ ਕੀਤਾ ਜਾਂਦਾ ਹੈ ਉਹਨੂੰ ਕਰਮ ਹੀ ਆਖਿਆ ਜਾਂਦਾ ਹੈ। ਕਰਮ ਕਹਿ ਲੋ ਜਾਂ ਕਰਮ ਕਾਂਡ ਕਹਿ ਲੋ, ਕਾਂਡ ਨਾਮ ਹਿੱਸੇ ਦਾ ਹੈ, ਕਰਮ ਕਾਂਡ। ਤੇ ਕਰਮ ਕਾਂਡ ਤੋਂ ਹੀ ਅੱਗੇ ਗੱਲ ਚੱਲਦੀ ਹੈ, ਪਹਿਲਾਂ ਕਰਮ ਤੋਂ ਹੀ ਕੰਮ ਸ਼ੁਰੂ ਹੁੰਦਾ ਹੈ। ਕੋਈ ਵੀ ਗੱਲ ਹੈ, ਕਿਤੇ ਮੰਜ਼ਿਲ ਤੇ ਪਹੁੰਚਣਾ ਤੇ ਪਹਿਲੀ ਪੌੜੀ ਹੀ ਕਰਮ ਹੈ। ਆ ਜ਼ਮੀਨ ਮਿਣੀ ਜਾਂਦੀ ਹੈ ਨਾ, ਲਾਂਘਾ ਮਾਰ ਕੇ ਜ਼ਿਮੀਂਦਾਰ ਮਿਣ ਲੈਂਦੇ ਆ। ਪਟਵਾਰੀ ਨੇ ਮਿਣਦੀ ਹੋਵੇ ਤੇ ਉਹਨੇ ਉਹ ਫੀਤਾ ਜਿਹਾ ਲੈ ਕੇ ਮਿਣੂਗਾ। ਤੇ ਇਸੇ ਤਰ੍ਹਾਂ ਜਾਂ ਉਹ ਕਰਮ ਬਣਾਈ ਹੁੰਦੀ ਉਹਨੇ ਮਿਣ ਕੇ ਕਾਨੇ ਦੀ, ਉਹਦੇ ਨਾਲ ਮਿਣਤੀ ਕੀਤੀ ਜਾਂਦੀ ਹੈ। ਪਰ ਜਿਹੜੇ ਰੋਜ਼ ਦੇ ਜ਼ਮੀਨਾਂ ਵਿੱਚ ਰਹਿਣ ਵਾਲੇ ਜ਼ਿਮੀਂਦਾਰ, ਉਹਨਾਂ ਨੇ ਆਪਣੀਆਂ ਲਾਂਘਾਂ ਜਿਹੜੀਆਂ ਵਾ ਉਹ ਕਰਮ ਦੇ ਹਿਸਾਬ ਦੇ ਨਾਲ ਹੀ ਮਿਣੀਆਂ ਹੁੰਦੀਆਂ। ਉਹ 2 ਲਾਂਘਾਂ ਪੁੱਟ ਕੇ ਕਹਿੰਦੇ ਵੀ ਇੰਨੀ ਕਰਮ ਹੁੰਦੇ ਆ, ਤੇ ਉਹਨੂੰ ਵੀ ਕਰਮ ਆਖਿਆ ਜਾਂਦਾ ਹੈ। ਜ਼ਮੀਨ ਦੀ ਮਿਣਤੀ ਕਰਨ ਨੂੰ ਵੀ ਉਹ ਕਰਮਾਂ ਦੇ ਨਾਲ ਹੀ ਮਿਣੀ ਜਾਂਦੀ ਹੈ। ਤੇ ਉੱਥੋਂ ਗੁਰਮੁਖਾਂ ਨੇ ਇੱਕ ਭਾਵ ਲਿਆ, ਕਹਿੰਦੇ ਵੀ ਜਿਵੇਂ ਜ਼ਮੀਨ ਦੀ ਮਿਣਤੀ ਕੀਤੀ ਜਾਂਦੀ ਹੈ ਕਰਮਾਂ ਮਾਰ ਕੇ, ਵੀ 36-40 ਦਾ ਕਿੱਲਾ,
ਕਰਮਾਂ ਮਾਰ ਕੇ ਜ਼ਮੀਨ ਮਿਲੀ ਜਾਂਦੀ ਆ। ਤਾਂ ਉਹ ਜਦੋਂ ਦੋ ਲਾਂਘਾਂ ਪੁੱਟੀ ਦੀਆਂ ਤੇ ਇੱਕ ਕਰਮ ਬਣ ਜਾਂਦੀ ਹੈ। ਕਹਿੰਦੇ ਵੀ ਧਾਰਮਿਕ ਪਾਸੇ ਨੂੰ ਜਿਹੜਾ ਪੈਰ ਪੁੱਟਣਾ ਹੈ ਨਾ, ਭਾਵੇਂ ਕੋਈ ਵੀ ਕੰਮ ਕਰਨਾ ਹੈ, ਉਹਨੂੰ ਕਰਮ ਹੀ ਆਖਿਆ ਹੈ। ਸਿੱਧੇ ਅੱਖਰਾਂ 'ਚ ਕੰਮ ਕਹਿ ਲਈਏ, ਕੰਮ। ਆਮ ਆਪਾਂ ਸੰਸਾਰੀ ਬੋਲੀ 'ਚ ਕੋਈ ਕਰਮ ਕਰਨਾ ਉਹਨੂੰ ਕੰਮ ਕਹਿੰਦੇ ਹਾਂ, ਵੀ ਆਹ ਕੰਮ ਕਰਨਾ, ਉਹ ਕੰਮ ਕਰਨਾ। ਇੱਥੇ ਗੁਰਬਾਣੀ ਅੰਦਰ ਕਰਮ ਆਖਿਆ ਹੈ ਜਿਹੜੇ ਧਾਰਮਿਕ ਕਰਮ ਕੀਤੇ ਜਾਂਦੇ ਹਨ, ਜਿਨ੍ਹਾਂ ਕਰਮਾਂ ਦਾ ਸੰਬੰਧ ਧਰਮ ਦੇ ਨਾਲ ਹੈ, ਉਹਨੂੰ ਕਰਮ ਆਖਿਆ ਹੈ। ਤੇ ਕਰਮ ਅਨੇਕ ਪ੍ਰਕਾਰ ਦੇ ਹਨ। ਇੱਕ ਨਿਤ ਕਰਮ ਹੈ, ਇੱਕ ਨਿਮਿਤ ਕਰਮ ਹੈ, ਫਿਰ ਇਸੇ ਤਰ੍ਹਾਂ ਪ੍ਰਾਸ਼ਚਿਤ ਕਰਮ ਵੀ ਹੈ ਤੇ ਕਾਮਕ ਕਰਮ ਵੀ ਹਨ। ਕਰਮ ਅਨੇਕ ਪ੍ਰਕਾਰ ਦੇ ਹਨ। ਨਿਤ ਕਰਮ ਉਹ ਆ ਜਿਹੜਾ ਰੋਜ਼ ਕੀਤਾ ਜਾਂਦਾ ਹੈ। ਜਿਵੇਂ ਸਵੇਰੇ ਇਸ਼ਨਾਨ ਰੋਜ਼ ਕਰਨਾ, ਇਹ ਰੋਜ਼ ਦਾ ਕਰਮ ਹੈ। ਇਸ਼ਨਾਨ ਕਰਨ ਤੋਂ ਬਾਅਦ ਗੁਰਸਿੱਖ ਨੇ 5 ਬਾਣੀਆਂ ਦਾ ਪਾਠ ਕਰਨਾ, ਇਹ ਉਹਦਾ ਨਿਤ ਦਾ ਕਰਮ ਹੈ, ਰੋਜ਼ ਦਾ ਕਰਨ ਵਾਲਾ ਕੰਮ ਹੈ। ਸ਼ਾਮਾਂ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਹੈ, ਰਾਤ ਨੂੰ ਕੀਰਤਨ ਸੋਹਿਲੇ ਦਾ ਪਾਠ ਕਰਨਾ ਹੈ, ਇਹ ਨਿਤ ਕਰਮ ਹੈ। ਤੇ ਨਿਮਿਤ ਕਰਮ ਉਹ ਹੈ ਕਿਸੇ ਨਿਮਿਤ ਨੂੰ ਲੈ ਕਰਕੇ ਜਿਹੜਾ ਕੀਤਾ ਜਾਂਦਾ ਹੈ। ਜਿਵੇਂ ਬੱਚੇ ਦਾ ਜਨਮ ਹੋਇਆ, ਉਸ ਵੇਲੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਗੁਰਸਿੱਖ ਬਾਣੀ ਪੜ੍ਹ ਕੇ ਜਿਸ ਤਰ੍ਹਾਂ ਦੀ ਸਮਰੱਥਾ ਹੈ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਾਉਂਦਾ ਹੈ, ਕੋਈ ਸ੍ਰੀ ਸਹਿਜ ਪਾਠ ਕਰਦਾ ਹੈ, ਕੋਈ ਆਪ ਕਰ ਲੈਂਦਾ ਹੈ, ਕੋਈ ਕਿਸੇ ਗੁਰਮੁਖ ਤੋਂ ਕਰਵਾ ਲੈਂਦਾ ਹੈ, ਕੋਈ ਅਖੰਡ ਪਾਠ ਸਾਹਿਬ ਕਰਾਉਂਦਾ ਹੈ। ਉਹ ਇੱਕ ਨਿਮਿਤ ਬਣ ਗਿਆ। ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਉਸ ਨਿਮਿਤ ਨੂੰ ਲੈ ਕਰਕੇ ਗੁਰਬਾਣੀ ਦਾ ਪਾਠ ਕੀਤਾ, ਲੰਗਰ ਸੇਵਾ, ਉਹ ਇੱਕ ਨਿਮਿਤ ਬਣ ਗਿਆ। ਜਾਂ ਵਿਆਹ ਦਾ ਕਾਰਜ ਹੈ, ਆਨੰਦ ਕਾਰਜ ਦਾ, ਉਸ ਨਿਮਿਤ ਨੂੰ ਲੈ ਕਰਕੇ ਕਰਮ ਕੀਤਾ ਜਾਂਦਾ ਹੈ, ਉਹ ਨਿਮਿਤ ਕਰਮ ਬਣ ਜਾਂਦਾ ਹੈ। ਇਸੇ ਤਰ੍ਹਾਂ ਜਾਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਉਸ ਵੇਲੇ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ, ਉਹ ਇੱਕ ਨਿਮਿਤ ਬਣ ਜਾਂਦਾ ਹੈ ਵੀ ਇਸ ਨਿਮਿਤ ਨੂੰ ਲੈ ਕਰਕੇ, ਇਸ ਕਾਰਨ ਨੂੰ ਲੈ ਕਰਕੇ ਇਹ ਜਿਹੜਾ ਕਰਮ ਕਰਨਾ ਹੈ, ਧਰਮ ਕਰਮ ਕਰਨਾ ਹੈ, ਉਹ ਨਿਮਿਤ ਕਰਮ ਹੈ। ਇਸੇ ਤਰ੍ਹਾਂ ਗੁਰਪੁਰਬ, ਸੰਗਰਾਂਦ, ਮੱਸਿਆ, ਪੁੰਨਿਆ ਤੇ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ, ਜਾਂ ਗੁਰਤਾ ਗੱਦੀ ਦੇ ਗੁਰਪੁਰਬ, ਜਾਂ ਜੋਤੀ ਜੋਤ ਸਮਾਉਣ ਦਾ ਗੁਰਪੁਰਬ, ਜਾਂ ਸ਼ਹੀਦਾਂ ਦੇ ਦਿਹਾੜੇ, ਉਹ ਇੱਕ ਨਿਮਿਤ ਬਣ ਜਾਂਦਾ ਹੈ। ਉਸ ਦਿਨ ਨੂੰ ਲੈ ਕਰਕੇ ਫਿਰ ਸੰਗਤ ਵੇਖੋ, ਜਦੋਂ ਮੱਸਿਆ ਦਾ ਦਿਹਾੜਾ ਹੁੰਦਾ ਹੈ ਤੇ ਕਿੰਨੀ ਸੰਗਤ ਗੁਰਦੁਆਰਾ ਬੇਰ ਸਾਹਿਬ ਜੀ ਹਾਜ਼ਰੀ ਭਰਦੀ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਜਦੋਂ ਗੁਰਪੁਰਬ ਹੁੰਦਾ ਹੈ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ, ਉਹ ਇੱਕ ਨਿਮਿਤ ਬਣ ਜਾਂਦਾ ਹੈ ਗੁਰੂ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਨ ਦਾ, ਗੁਰੂ ਸਰੋਵਰ ਵਿੱਚ ਇਸ਼ਨਾਨ ਕਰਨ ਦਾ, ਗੁਰਬਾਣੀ ਪੜ੍ਹਨ ਸੁਣਨ ਦਾ ਇੱਕ ਚਾਅ ਪੈਦਾ ਹੁੰਦਾ, ਇੱਕ ਨਿਮਿਤ ਬਣ ਜਾਂਦਾ ਹੈ। ਤੇ ਗੁਰਪੁਰਬ ਤੇ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਗੁਰਸਿੱਖ ਹਾਜ਼ਰੀਆਂ ਭਰਦੇ ਹਨ। ਇਹ ਕਰਮ ਹਨ, ਕੁਝ ਨਿਤ ਕਰਮ ਹਨ, ਕੁਝ ਨਿਮਿਤ ਕਰਮ ਹਨ, ਤੇ ਕੁਝ ਕੋਈ ਗਲਤੀ ਹੋ ਜਾਵੇ ਤੇ ਉਸ ਗਲਤੀ ਨੂੰ ਬਖਸ਼ਾਉਣ ਵਾਸਤੇ, ਜਿਵੇਂ ਕੋਈ ਕੁਰੈਤ ਕਰ ਬੈਠੇ, ਕੋਈ ਭੁੱਲ ਕਰ ਬੈਠੇ, ਫਿਰ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ, ਤਨਖਾਹ ਲਵਾ ਕਰਕੇ ਜਿਹੜੀ ਸੇਵਾ ਉਹਨਾਂ ਨੇ ਲਾਈ ਹੈ, ਫਿਰ ਉਹ ਕਰਮ ਕਰਨਾ। ਗੁਰਬਾਣੀ ਪੜ੍ਹਨ ਦੀ ਸੇਵਾ ਲਾਈ ਹੈ ਜਾਂ ਹੋਰ ਸੇਵਾ ਲਾਈ ਹੈ, ਤਨ ਕਰਕੇ ਕਰਨ ਵਾਲੀ ਸੇਵਾ, ਤਾਂ ਇਸੇ ਤਰ੍ਹਾਂ ਧਨ ਦੀ ਸੇਵਾ, ਉਹ ਫਿਰ ਪ੍ਰਾਸ਼ਚਿਤ ਕਰਮ ਹੋ ਜਾਂਦਾ ਹੈ ਵੀ ਆਪਣੀ ਭੁੱਲ ਨੂੰ ਬਖਸ਼ਾਉਣ ਵਾਸਤੇ, ਆਪਣੀ ਗਲਤੀ ਦੀ ਮਾਫੀ ਵਾਸਤੇ ਜਿਹੜਾ ਕਰਮ ਕੀਤਾ ਜਾਂਦਾ ਹੈ, ਉਹ ਪ੍ਰਾਸ਼ਚਿਤ ਕਰਮ ਅਖਵਾਉਂਦਾ ਹੈ। ਇਹ ਕਰਮ ਅਨੇਕ ਪ੍ਰਕਾਰ ਦੇ ਹਨ, ਪਰ ਕਰਮ ਜੇ ਪ੍ਰੇਮ ਨਾਲ ਕੀਤਾ ਜਾਵੇ ਫਿਰ ਕਰਮ ਧਰਮ ਦਾ ਹਿੱਸਾ ਬਣਦਾ ਹੈ। ਜੇ ਪ੍ਰੇਮ ਤੋਂ ਬਿਨਾਂ ਕੀਤਾ ਜਾਵੇ ਤੇ ਫਿਰ ਕਰਮ ਕੱਲਾ ਕਰਮ ਹੀ ਰਹਿ ਜਾਂਦਾ ਹੈ,
ਉਹਦੇ ਵਿੱਚੋਂ ਲਾਭ ਬਹੁਤਾ ਪ੍ਰਾਪਤ ਨਹੀਂ ਹੁੰਦਿਆ। ਉਹਨੂੰ ਆਖਿਆ ਹੈ ਵੀ ਕਰਮ ਕਾਂਡ ਬਣ ਜਾਂਦਾ। ਫਿਰ ਕਰਮ ਤੋਂ ਅੱਗੇ ਉਪਾਸ਼ਨਾ ਤੀਕ ਪਹੁੰਚਣਾ ਸੀ, ਉਪਾਸ਼ਨਾ ਭਗਤੀ ਤੋਂ ਅੱਗੇ ਗਿਆਨ ਤੀਕ ਪਹੁੰਚਣਾ ਸੀ। ਉਹ ਕਰਮ ਜਿਹੜਾ ਤੈਨੂੰ ਗਿਆਨ ਤੀਕ ਲੈ ਕੇ ਜਾਵੇ, ਬ੍ਰਹਮ ਗਿਆਨ ਤੀਕ ਲੈ ਕੇ ਜਾਵੇ। ਪਰ ਜੇ ਕਰਮ ਕਰਨ ਦੇ ਵਿੱਚ ਪ੍ਰੇਮ ਨਹੀਂ ਹੈ ਤੇ ਪ੍ਰੇਮ ਤੋਂ ਖਾਲੀ ਜਿਹੜਾ ਕਰਮ ਹੈ ਉਹ ਕਰਮ ਕਾਂਡ ਬਣ ਜਾਂਦਾ ਹੈ। ਉਸ ਨੂੰ ਕਿਹਾ ਹੈ ਵੀ ਕਰਮ ਕਾਂਡ ਤਾਂ ਬਹੁਤੇ ਕਰਦੇ ਆ, ਪਰ ਧਰਮੀ ਕੋਈ ਵਿਰਲਾ ਵਿਰਲਾ ਹੈ, ਪ੍ਰੇਮੀ ਕੋਈ ਵਿਰਲਾ ਵਿਰਲਾ ਹੈ। ਇਸ ਨੂੰ ਗੁਰਮੁਖ ਇਸ ਤਰ੍ਹਾਂ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ ਹਨ, ਕਿਉਂਕਿ ਮਹਾਰਾਜ ਸਾਹਿਬ ਜੀ ਧੰਨ ਗੁਰੂ ਅਮਰਦਾਸ ਸਾਹਿਬ ਆਨੰਦ ਸਾਹਿਬ ਦੀ ਅੱਜ 18ਵੀਂ ਪੌੜੀ ਵਿੱਚ ਕਹਿ ਰਹੇ ਆ ਵੀ ਇਕੱਲੇ ਕਰਮ ਕਰਨ ਦੇ ਨਾਲ ਹੀ ਜੀਵ ਤੇਰੇ ਹਿਰਦੇ ਦੇ ਵਿੱਚ ਸਹਿਜ ਨਹੀਂ ਪੈਦਾ ਹੋਣਾ। ਸਹਿਜ ਨਾਮ ਆਤਮਿਕ ਅਡੋਲਤਾ ਦਾ ਹੈ, ਸਹਿਜ ਨਾਮ ਗਿਆਨ ਦਾ ਹੈ, ਸਹਿਜ ਨਾਮ ਸਹਿਜ ਅਵਸਥਾ ਦਾ ਹੈ। ਕੱਲੇ ਕਰਮ ਕਰਨ ਦੇ ਨਾਲ ਹੀ ਜੀਵ ਤੇਰੇ ਹਿਰਦੇ ਵਿੱਚ ਗਿਆਨ ਪੈਦਾ ਨਹੀਂ ਹੋਵੇਗਾ, ਤੇਰੇ ਹਿਰਦੇ ਦੇ ਵਿੱਚ ਆਤਮਿਕ ਅਡੋਲਤਾ ਪੈਦਾ ਨਹੀਂ ਹੋਵੇਗੀ। ਤੇਰੇ ਅੰਦਰ ਉਹ ਜਿਹੜਾ ਕਰਮ ਨੂੰ ਕਰਦਿਆਂ ਹੋਇਆਂ ਸਹਿਜਪੁਣਾ ਹੈ ਉਹ ਨਹੀਂ ਪ੍ਰਾਪਤ ਹੋਵੇਗਾ, ਜਿੰਨਾ ਚਿਰ ਕਰਮ ਪ੍ਰੇਮ ਨਾਲ ਨਹੀਂ ਕੀਤਾ ਜਾਂਦਾ। ਪ੍ਰੇਮ ਨੂੰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਬਾਦਸ਼ਾਹ ਆਖਿਆ ਹੈ, ਬਾਦਸ਼ਾਹ। ਪ੍ਰੇਮ ਨੂੰ ਸੁਲਤਾਨ ਆਖਿਆ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੁ ਨਾ ਉਪਜੈ, ਸੋ ਤਨ ਜਾਨ ਮਸਾਨ। ਕਹਿੰਦੇ ਵੀ ਬਿਰਹਾ ਪ੍ਰੇਮ ਉਹ ਭਾਵ ਕਿ ਵਾਹਿਗੁਰੂ ਨਾਲੋਂ ਵਿਛੋੜਾ ਪਿਆ ਹੋਇਆ ਹੈ। ਇਹ ਵਿਛੋੜੇ ਵਾਲਾ ਭਾਵ ਤੇ ਮੈਂ ਤੋਂ ਪਰੇ ਹੋਣਾ ਤੇ ਅੰਦਰ ਪ੍ਰੇਮ ਜਿਹੜਾ ਪ੍ਰਭੂ ਦਾ ਪੈਦਾ ਹੋਣਾ ਹੈ, ਉਹ ਪ੍ਰੇਮ ਕਹਿੰਦੇ ਤੂੰ ਤਾਂ ਸੁਲਤਾਨ ਹੈ, ਤੂੰ ਤਾਂ ਬਾਦਸ਼ਾਹ ਹੈ। ਬਾਕੀ ਜਿੰਨੇ ਕਰਮ ਹਨ ਉਹ ਉਹਨਾਂ ਚਿਰ ਧਰਮ ਦਾ ਹਿੱਸਾ ਨਹੀਂ ਬਣਦੇ ਜਿੰਨਾ ਚਿਰ ਉਸ ਕਰਮ ਦੇ ਵਿੱਚ ਪ੍ਰੇਮ ਨਹੀਂ ਪੈਦਾ ਹੁੰਦਾ। ਇਸ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਵੀ ਕਥਨ ਕੀਤਾ ਹੈ ਵੀ ਬੱਧਾ ਚੱਟੀ ਕਰਮ ਕਰਨਾ। ਪ੍ਰੇਮ ਤੋਂ ਬਿਨਾਂ ਜਿਹੜਾ ਵੀ ਕਰਮ ਹੈ ਉਹ ਇਸ ਤਰ੍ਹਾਂ ਜਿਵੇਂ ਕੋਈ ਬੱਧਾ ਹੋਇਆ ਚੱਟੀ ਭਰਦਾ ਹੈ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਗੁਰਬਾਣੀ ਦੀ ਪੰਕਤੀ ਹੈ। ਨਾ ਉਹ ਕੋਈ ਗੁਣ ਹੈ ਤੇ ਨਾ ਕੋਈ ਉਪਕਾਰ ਦਾ ਕੰਮ ਹੈ ਜਿਸ ਨੂੰ ਬੰਨ੍ਹ ਕੇ ਉਹਦੇ ਤੋਂ ਉਹ ਚੱਟੀ ਵਸੂਲੀ ਜਾਵੇ। ਸੇਤੀ ਖੁਸ਼ੀ ਸਵਾਰੀ ਹੈ। ਜਿਹੜਾ ਖੁਸ਼ੀ ਦੇ ਨਾਲ ਕਰਮ ਕਰਨਾ ਹੈ ਉਹੀ ਹੀ ਧਰਮ ਦਾ ਹਿੱਸਾ ਬਣਦਾ ਹੈ। ਭਾਵੇਂ ਨਿਤਨੇਮ ਹੈ, ਭਾਵੇਂ ਸਾਧ ਸੰਗਤ ਜੀ ਨਿਤ ਕਰਮ ਹੈ, ਭਾਵੇਂ ਨਿਮਿਤ ਕਰਮ ਹੈ, ਭਾਵੇਂ ਕੋਈ ਇੱਛਾ ਸਹਿਤ ਕੀਤਾ ਹੋਇਆ ਕਰਮ ਹੈ, ਸਤਿਗੁਰੂ ਕਹਿੰਦੇ ਖੁਸ਼ੀ ਦੇ ਨਾਲ ਕਰ, ਪ੍ਰੇਮ ਦੇ ਨਾਲ ਕਰ। ਪ੍ਰੇਮ ਤੋਂ ਬਿਨਾ ਜੋ ਕੁਝ ਹੈ ਉਹ ਮਹਾਰਾਜ ਸਾਹਿਬ ਕਹਿੰਦੇ ਵੀ ਪ੍ਰੇਮ ਤੋਂ ਬਿਨਾ ਭਾਵੇਂ ਬਹੁਤਾ ਪੜ੍ਹੀ ਚੱਲ। ਉਸ ਨੂੰ ਇਸ ਤਰ੍ਹਾਂ ਵੀ ਗੁਰਬਾਣੀ ਅੰਦਰ ਆਖਿਆ ਹੈ, ਪੜ੍ਹ ਪੜ੍ਹ ਗੱਡੀ ਲੱਦੀਆ ਹੈ, ਪੜ੍ਹ ਪੜ੍ਹ ਭਰੀਆ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆ ਹੈ ਖਾਤ, ਪੜ੍ਹੀਆ ਹੈ ਜੇਤੇ ਬਰਸ ਬਰਸ, ਪੜ੍ਹੀਆ ਹੈ ਜੇਤੇ ਮਾਸ, ਪੜ੍ਹੀਆ ਹੈ ਜੇਤੀ ਆਰਜਾ, ਪੜ੍ਹੀਆ ਹੈ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ। ਲੇਖੇ ਵਿੱਚ ਇੱਕ ਪ੍ਰੇਮ ਵਾਲੀ ਗੱਲ ਹੈ, ਲੇਖੇ ਵਿੱਚ ਇੱਕ ਵਾਹਿਗੁਰੂ ਜੀ ਦੇ ਨਾਮ ਵਾਲੀ ਗੱਲ ਹੈ। ਬਾਕੀ ਤੇ ਹਉਮੈ ਦੇ ਨਾਲ ਹਉਮੈ ਦੇ ਬੋਲ ਬੋਲਣੇ, ਵਿੱਚ ਝੱਖਾਂ ਮਾਰਨੀਆਂ, ਫਜ਼ੂਲ ਬੋਲਣਾ ਹੀ ਹੈ। ਕਹਿੰਦੇ ਪ੍ਰੇਮ ਜਿਹੜਾ ਇਹ ਤਾਂ ਸੁਲਤਾਨ ਦੀ ਤਰ੍ਹਾਂ ਹੈ, ਇਹ ਤਾਂ ਬਾਦਸ਼ਾਹ ਦੀ ਤਰ੍ਹਾਂ ਹੈ। ਸਭਾ ਲੱਗੀ ਹੋਈ ਹੈ, ਵਜ਼ੀਰ ਬੈਠੇ ਹੋਏ ਆ, ਸਿਪਾਹੀ ਬੈਠੇ ਹੋਏ ਆ, ਮੰਤਰੀ ਸੰਤਰੀ ਅਹਿਲਕਾਰ ਪਹਿਰੇਦਾਰ ਸਾਰੇ ਬੈਠੇ ਹੋਏ ਸਭਾ ਦੇ ਵਿੱਚ, ਹੋਰ ਲੋਕ ਵੀ ਬਹੁਤ ਆਏ ਹੋਏ ਆ। ਪਰ ਬਾਦਸ਼ਾਹ ਨਹੀਂ ਬੈਠਾ ਆਪਣੇ ਸਿੰਘਾਸਨ ਤੇ, ਬਾਦਸ਼ਾਹ ਹੈ ਹੀ ਨਹੀਂ।
ਬਾਦਸ਼ਾਹ ਦਾ ਸਿੰਘਾਸਨ ਖਾਲੀ ਪਿਆ ਤੇ ਬਾਕੀ ਸਾਰੀਆਂ ਕੁਰਸੀਆਂ ਜਿਹੜੀਆਂ ਉਹ ਭਰੀਆਂ ਪਈਆਂ। ਬਾਕੀ ਸਾਰੇ ਅਹੁਦੇਦਾਰ ਬੈਠੇ ਆ ਸਭਾ ਦੇ ਵਿੱਚ। ਬਾਦਸ਼ਾਹ ਦਾ ਆਸਨ ਉੱਚਾ ਹੁੰਦਾ ਨਾ ਕਚਹਿਰੀ ਦੇ ਵਿੱਚ, ਸਭਾ ਦੇ ਵਿੱਚ। ਬਾਦਸ਼ਾਹ ਆਪਣੇ ਸਿੰਘਾਸਨ ਤੇ ਆ ਕੇ ਬੈਠਾ ਹੀ ਨਹੀਂ ਤੇ ਦੋਵਾਂ ਪਾਸੇ ਜਿੰਨੀਆਂ ਕੁਰਸੀਆਂ ਲੱਗੀਆਂ ਸੀ ਉਹਨਾਂ ਤੇ ਵੱਖ-ਵੱਖ ਅਹੁਦੇਦਾਰ ਬੈਠੇ ਹੋਏ ਆ, ਮੰਤਰੀ ਸੰਤਰੀ, ਉਹ ਸਾਰੇ ਬੈਠੇ। ਸਭਾ ਸੋਭਾ ਨਹੀਂ ਪਾਉਂਦੀ ਉਹਨਾਂ ਚਿਰ, ਕਿਉਂਕਿ ਸਭਾ ਤੇ ਬਾਦਸ਼ਾਹ ਦੇ ਨਾਲ ਹੈ। ਬਾਦਸ਼ਾਹ ਦਾ ਦਰਬਾਰ ਤਾਂ ਹੀ ਸ਼ੋਭਦਾ ਹੈ ਜੇ ਬਾਦਸ਼ਾਹ ਆ ਕੇ ਸਿੰਘਾਸਨ ਤੇ ਬੈਠੇ, ਬਾਕੀ ਜਿੰਨੇ ਮਰਜ਼ੀ ਮੰਤਰੀ ਬੈਠੇ ਹੋਣ, ਕਿਉਂਕਿ ਬਾਦਸ਼ਾਹ ਦਾ ਸਿੰਘਾਸਨ ਸਭ ਤੋਂ ਉੱਚਾ ਹੈ ਤੇ ਬਾਦਸ਼ਾਹ ਕਰਕੇ ਹੀ ਬਾਕੀਆਂ ਦੀ ਸ਼ੋਭਾ ਹੈ। ਉਹ ਬਾਦਸ਼ਾਹ ਦਾ ਦਰਬਾਰ ਕਹਾਉਂਦਾ ਹੈ। ਕਹਿੰਦੇ ਬਾਕੀ ਜਿੰਨੇ ਮਰਜ਼ੀ ਕਰਮ ਕਰੀ ਜਾਵੇ, ਜੇ ਪ੍ਰੇਮ ਰੂਪੀ ਬਾਦਸ਼ਾਹ ਹੀ ਨਹੀਂ ਆ ਕੇ ਬੈਠਾ ਹੈ ਤੇ ਸ਼ੋਭਾ ਨਹੀਂ ਪਾਉਂਦੇ ਕਰਮ। ਬਾਕੀ ਪ੍ਰੇਮ ਨੂੰ ਆਖਿਆ ਹੈ ਇਹ ਸੁਲਤਾਨ ਹੈ, ਪ੍ਰੇਮ ਨੂੰ ਆਖਿਆ ਇਹ ਬਾਦਸ਼ਾਹ ਹੈ। ਪ੍ਰੇਮ ਦੇ ਨਾਲ ਕੀਤਾ ਹੋਇਆ ਕਰਮ ਹੀ ਧਰਮ ਦਾ ਹਿੱਸਾ ਬਣਦਾ ਹੈ। ਪ੍ਰੇਮ ਤੋਂ ਸਖਣਾ ਕੋਈ ਵੀ ਕਰਮ ਹੈ, ਮਹਾਰਾਜ ਕਹਿੰਦੇ ਉਹ ਪਖੰਡ ਬਣ ਜਾਂਦਾ ਹੈ। ਉਹਨੂੰ ਆਖਿਆ ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿੰਨ ਜਮ ਜਾ ਗਾਤੀ ਲੂਟਾ ਹੈ। ਵਿੱਚ ਪ੍ਰੇਮ ਨਹੀਂ ਤੇ ਕਰਮ ਕਰੀ ਜਾਂਦਾ ਹੈ। ਪ੍ਰੇਮ ਹੈ ਹੀ ਨਹੀਂ ਤੇ ਧਰਮ ਦਾ ਕਰਮ ਕਰਦਾ ਹੈ, ਸਿਰਫ ਲੋਕ ਵਿਖਾਵਾ ਹੀ ਬਣ ਜਾਵੇਗਾ, ਕਿਉਂਕਿ ਪ੍ਰੇਮ ਤਾਂ ਹੈ ਨਹੀਂ ਵਿੱਚ। ਪ੍ਰੇਮ ਦੇ ਨਾਲ ਹੀ ਪ੍ਰਭੂ ਦੇ ਨਾਲ ਜੁੜਿਆ ਜਾਣਾ ਹੈ। ਪ੍ਰੇਮ ਤੋਂ ਬਿਨਾ ਸਿਰਫ ਵਿਖਾਵਾ ਰਹਿ ਜਾਵੇਗਾ, ਸਿਰਫ ਪਖੰਡ ਰਹਿ ਜਾਵੇਗਾ। ਸਤਿਗੁਰੂ ਕਹਿੰਦੇ ਪ੍ਰੇਮ ਦੇ ਨਾਲ ਹੀ ਜਿਹੜਾ ਕੋਈ ਵੀ ਕੀਤਾ ਹੋਇਆ ਕਰਮ ਹੈ, ਉਹ ਭਾਵੇਂ ਸੇਵਾ ਹੈ ਤੇ ਭਾਵੇਂ ਸਿਮਰਨ ਹੈ, ਉਹ ਤਾਂ ਧਰਮ ਦਾ ਹਿੱਸਾ ਬਣੇਗਾ। ਫਿਰ ਉਹਦੇ ਵਿੱਚੋਂ ਸਹਿਜ ਪੈਦਾ ਹੋਵੇਗਾ, ਆਤਮਿਕ ਅਡੋਲਤਾ ਪੈਦਾ ਹੋਵੇਗੀ। ਇਸੇ ਨੂੰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਇਸ ਤਰ੍ਹਾਂ ਹੈ, ਮਹਾਂਪੁਰਖ ਸਮਝਾਉਂਦੇ ਹਨ, ਦੱਸਦੇ ਹਨ ਗੁਰਮੁਖ, ਵੀ ਜਿਵੇਂ ਇੱਕ ਲਾੜਾ ਹੈ, ਬਾਕੀ ਜਿਹੜੇ ਕਰਮ ਹਨ ਉਹ ਬਰਾਤ ਦੀ ਤਰ੍ਹਾਂ ਹਨ। ਬਰਾਤ ਦੀ ਤਰ੍ਹਾਂ, ਬਰਾਤ ਵਿਆਹ ਰਚਿਆ ਹੋਇਆ ਹੈ ਤੇ ਮੇਲੀ ਬੜੇ ਆਏ ਹੋਏ ਆ, ਜਾਨੀ ਬੜੇ ਇਕੱਠੇ ਹੋਏ ਆ ਬਰਾਤ ਵਿੱਚ ਜਾਣਾ ਜੀ, ਬਰਾਤ ਵਿੱਚ ਜਾਣਾ, ਬੜਾ ਇਕੱਠ ਹੋਇਆ ਪਿਆ ਹੈ। ਬਰਾਤ ਤਿਆਰ ਹੋ ਪਈ, 200 ਬੰਦਾ ਬਰਾਤ ਦਾ ਤਿਆਰ ਹੋ ਗਿਆ। ਬੜਾ ਵੱਡਾ ਇਕੱਠ ਹੈ, ਬੜਾ ਲੋ ਲਸ਼ਕਰ ਹੈ। ਬਰਾਤ ਤੁਰੀ ਜਾ ਰਹੀ ਹੈ। ਕਿਸੇ ਨੇ ਪੁੱਛਿਆ ਵੀ ਇਹ ਏਡਾ ਇਕੱਠ ਕਿੱਧਰ ਨੂੰ ਜਾ ਰਿਹਾ? ਕਹਿੰਦੇ ਜੀ ਇਹ ਜੰਨ ਜਾ ਰਹੀ ਹੈ, ਬਰਾਤ ਜਾ ਰਹੀ ਹੈ। ਬਰਾਤ ਜਾ, ਇਹ ਸਾਰੇ ਬਰਾਤੀ ਹਨ। ਕਹਿੰਦੇ ਲਾੜਾ ਕਿੱਥੇ ਆ? ਕਹਿੰਦੇ ਲਾੜਾ ਤੇ ਹੈ ਨਹੀਂ ਵਿੱਚ, ਲਾੜਾ ਤੇ ਹੈ ਹੀ ਨਹੀਂਗਾ, ਵਿਆਹ ਵਾਲਾ ਤੇ ਹੈ ਹੀ ਨਹੀਂ ਵਿੱਚ। ਕਹਿੰਦੇ ਲਾੜੇ ਤੋਂ ਬਿਨਾਂ ਬਰਾਤ ਕਾਹਦੀ ਹੈ? ਫਿਰ ਇਹਨੂੰ ਬਰਾਤ ਕਿਉਂ ਕਹਿੰਦੇ ਜੇ ਇਹਦੇ ਚ ਲਾੜਾ ਹੀ ਨਹੀਂ ਹੈ? ਲਾੜੇ ਤੋਂ ਬਿਨਾਂ ਬਰਾਤ ਦੀ ਸ਼ੋਭਾ ਨਹੀਂ, ਕਿਉਂਕਿ ਬਰਾਤ ਨੂੰ ਫਿਰ ਉਹਨੂੰ ਬਰਾਤ ਹੀ ਨਹੀਂ ਕਿਹਾ ਜਾਂਦਾ ਜਿਹਦੇ ਵਿੱਚ ਲਾੜਾ ਨਾ ਹੋਵੇ। ਕਹਿੰਦੇ ਪ੍ਰੇਮ ਤਾਂ ਇੱਕ ਲਾੜੇ ਦੀ ਤਰ੍ਹਾਂ ਹੈ, ਬਾਕੀ ਜਿੰਨੇ ਕਰਮ ਵਾ ਉਹ ਸਾਰੇ ਬਰਾਤ ਦੀ ਤਰ੍ਹਾਂ ਵਾ। ਜੇ ਵਿੱਚ ਪ੍ਰੇਮ ਨਹੀਂ ਤੇ ਕੱਲੀ ਬਰਾਤ ਹੀ ਬਰਾਤ ਹੈ, ਲਾੜਾ ਹੈ ਹੀ ਨਹੀਂ ਵਿੱਚ। ਵਿਆਹ ਕਿਹਦਾ ਹੋਵੇਗਾ? ਵਿਆਹ ਤੇ ਪ੍ਰੇਮ ਰੂਪੀ ਲਾੜੇ ਦਾ ਹੀ ਹੋਣਾ ਹੈ। ਕਿਹਦੇ ਨਾਲ ਹੋਣਾ ਵਿਆਹ? ਪ੍ਰਮਾਤਮਾ ਨਾਲ ਹੋਣਾ ਹੈ। ਜੀਵ ਰੂਪ ਇਸਤਰੀ ਦਾ ਪ੍ਰਮਾਤਮਾ ਪਤੀ ਦੇ ਨਾਲ ਵਿਆਹ ਹੋਣਾ ਹੈ, ਮਿਲਾਪ ਹੋਣਾ ਹੈ। ਇਹ ਪ੍ਰੇਮ ਦਾ ਹੀ ਮੇਲ ਹੋਣਾ ਹੈ ਪ੍ਰਮਾਤਮਾ ਦੇ ਨਾਲ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਾ, ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਨਾਲ ਕੀਤਾ ਹੋਇਆ ਕਰਮ ਧਰਮ ਬਣਦਾ ਹੈ। ਪ੍ਰੇਮ ਤੋਂ ਬਿਨਾ ਹੋਇਆ ਕੀਤਾ ਕਰਮ ਉਹਨੂੰ ਕਿਹਾ ਜਾਂਦਾ ਹੈ ਇਕੱਲਾ ਕਰਮ ਹੀ ਰਹਿ ਗਿਆ, ਕਰਮ ਕਾਂਡ ਹੀ ਰਹਿ ਗਿਆ। ਕਰੀ ਚੱਲ ਜਿੰਨਾ ਚਿਰ ਮਰਜੀ ਕਰਮ, ਇਹਦੇ ਚੋਂ ਕੁਝ ਨਹੀਂ ਨਿਕਲ ਲੱਗਾ। ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਰੇਤ ਨੂੰ
ਰੇਤ ਦੇ ਵਿੱਚੋਂ ਤੇਲ ਕੱਢਣ ਦਾ ਯਤਨ ਕਰੇ। ਰੇਤ ਨੂੰ ਕੋਲੂ ਵਿੱਚ ਪਾ ਕੇ ਕੋਈ ਤੇਲ ਕੱਢਣ ਦਾ ਯਤਨ ਕਰੇ। ਪ੍ਰੇਮ ਤੋਂ ਬਿਨਾਂ ਕੋਈ ਕਰਮ ਜਿਹੜਾ ਉਹ ਕਹਿੰਦੇ ਇਸ ਤਰ੍ਹਾਂ ਹੈ। ਤੇਲ ਤਾਂ ਨਿਕਲੇਗਾ ਸਰੋਂ ਦੇ ਵਿੱਚੋਂ, ਰੇਤ ਵਿੱਚੋਂ ਨਹੀਂ ਨਿਕਲੇਗਾ। ਪ੍ਰੇਮ ਦੇ ਨਾਲ ਫਿਰ ਅੱਗੇ ਸਵਾਲ ਇਹ ਪੈਦਾ ਹੁੰਦਾ ਵੀ ਪ੍ਰੇਮ ਕਿਵੇਂ ਪ੍ਰਾਪਤ ਹੋਵੇ। ਤੇ ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਪਿਆਲਾ ਹੈ ਪ੍ਰੇਮ ਦਾ, ਇਹ ਤਾਂ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਹੈ। ਇਹੋ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਇਹ ਜਿਸ ਨੂੰ ਦੇਣਾ ਚਾਹੁੰਦੇ ਹਨ ਵਾਹਿਗੁਰੂ ਜੀ ਉਸੇ ਨੂੰ ਹੀ ਦਿੱਤਾ ਜਾ ਉਸੇ ਨੂੰ ਹੀ ਦਿੰਦੇ ਆ। ਆਪਣੇ ਯਤਨ ਦੇ ਨਾਲ ਪ੍ਰੇਮ ਤਾਂ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਆਪਣੇ ਯਤਨ ਨਾਲ ਪ੍ਰੇਮ ਨਹੀਂ ਪ੍ਰਾਪਤ ਹੁੰਦਾ। ਫਿਰ ਕਿਵੇਂ ਕੀਤਾ ਜਾਵੇ? ਜਿਵੇਂ ਕੋਈ ਜ਼ੋਰ ਲਾਵੇ ਕਿ ਮੈਂ ਆਪਣੇ ਜ਼ੋਰ ਦੇ ਨਾਲ ਸੌਣ ਵਾਸਤੇ, ਜਿਵੇਂ ਨੀਂਦ ਹੈ, ਨੀਂਦ ਹੁਣ ਜ਼ੋਰ ਦੇ ਨਾਲ ਤੇ ਨੀਂਦ ਹੀ ਨਹੀਂ ਲਿਆਂਦੀ ਜਾ ਸਕਦੀ। ਪ੍ਰੇਮ ਕਿੱਥੋਂ ਆਉਣਾ ਹੈ? ਨੀਂਦ ਹੈ ਆਪਾਂ ਰੋਜ਼ ਰਾਤ ਨੂੰ ਸੌਂਦੇ ਆ, ਕੋਈ ਆਪਣੇ ਜ਼ੋਰ ਦੇ ਨਾਲ। ਹਾਂ, ਜੇ ਜ਼ੋਰ ਲਾਵੇ ਨਾ ਵੀ ਮੈਂ ਜ਼ੋਰ ਨਾ ਸੌਵਾਂ ਤੇ ਜਿਹੜੀ ਮਾੜੀ ਮੋਟੀ ਆਉਂਦੀ ਉਹ ਵੀ ਚਲੇ ਜਾਣੀ ਆ। ਜ਼ੋਰ ਤਾਂ ਛੱਡਣਾ ਪੈਂਦਾ, ਫਿਰ ਨੀਂਦ ਆਉਂਦੀ ਕਿਤੇ। ਹਾਂ, ਪ੍ਰੇਮ ਨੂੰ ਪ੍ਰਾਪਤ ਕਰਨ ਵਾਸਤੇ ਪ੍ਰੇਮ ਦਾ ਮਾਹੌਲ ਮਾਰੇ ਕਹਿੰਦੇ ਤੂੰ ਸਿਰਜ ਸਕਦਾ ਹੈ। ਨੀਂਦ ਨੂੰ ਪ੍ਰਾਪਤ ਕਰਨ ਵਾਸਤੇ ਜਿਵੇਂ ਨੀਂਦ ਦਾ ਮਾਹੌਲ ਸਿਰਜਿਆ ਜਾਂਦਾ ਹੈ। ਮਾਹੌਲ ਕੀ ਹੈ? ਵੀ ਜਿੱਥੇ ਪਏ ਆ ਉੱਥੇ ਫਿਰ ਬਿਸਤਰਾ ਵਿਛਾ ਕੇ ਉੱਥੇ ਲੰਮੇ ਪਵਾਂਗੇ, ਅੱਖਾਂ ਮੀਟਾਂਗੇ ਵੀ ਆ ਜਾਵੇ ਨੀਂਦ। ਲਾਈਟ ਜਗਦੀ ਉਹਨੂੰ ਬੁਝਾ ਦੇਵਾਂਗੇ ਵੀ ਅੱਖਾਂ 'ਚ ਵੱਜਦੀ ਹੈ। ਇਹ ਯਤਨ ਕੀਤਾ ਜਾਂਦਾ ਵੀ ਆਲੇ ਦੁਆਲੇ ਰੌਲਾ ਨਾ ਪਵੇ, ਇਕਾਂਤ ਹੋ ਕੇ ਪਵਾਂਗੇ ਵੀ ਨੀਂਦ ਆ ਜਾਵੇ। ਨੀਂਦ ਦਾ ਇੱਕ ਮਾਹੌਲ ਬਣਾਇਆ ਜਾਂਦਾ ਨਾ ਸੌਣ ਵਾਸਤੇ। ਜ਼ੋਰ ਨਾਲ ਨੀਂਦ ਤਾਂ ਨਹੀਂ ਆਉਂਦੀ ਹੈ, ਇੱਕ ਉਹ ਮਾਹੌਲ ਬਣਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪ੍ਰੇਮ ਨੂੰ ਪ੍ਰਾਪਤ ਕਰਨ ਵਾਸਤੇ ਹੇ ਜੀਵ ਤੂੰ ਉਸ ਮਾਹੌਲ ਵਿੱਚ ਆ ਸਕਦਾ ਵੀ ਤੈਨੂੰ ਪ੍ਰੇਮ ਪ੍ਰਾਪਤ ਹੋ ਜਾਵੇ। ਉਹਦੇ ਵਾਸਤੇ ਤੂੰ ਸਤ ਸੰਗਤ ਕਰ ਸਕਦਾ, ਤੂੰ ਗੁਰਮੁਖਾਂ ਦਾ ਸੰਗ ਕਰ ਸਕਦਾ। ਪ੍ਰੇਮੀਆਂ ਦਾ ਸੰਗ ਕਰੇਗਾ ਤੈਨੂੰ ਪ੍ਰੇਮ ਮਿਲੇਗਾ। ਸਤ ਸੰਗਤ ਵਿੱਚ ਮਿਲੇਗਾ ਤੇ ਸਤ ਸੰਗਤ ਵਿੱਚੋਂ ਤੈਨੂੰ ਪ੍ਰੇਮ ਦੀ ਪ੍ਰਾਪਤੀ ਹੋਵੇਗੀ। ਇੱਕ ਮਾਹੌਲ ਐਸਾ ਸਿਰਜ ਸਕਦਾ ਹੈ, ਫਿਰ ਉਸ ਮਾਹੌਲ ਦੇ ਵਿੱਚੋਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੈਨੂੰ ਪ੍ਰੇਮ ਮਿਲਣਾ ਹੈ। ਆਪਣੇ ਜ਼ੋਰ ਨਾਲ ਪ੍ਰੇਮ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਪ੍ਰੇਮ ਦਾ ਅਰਥ ਉਂਝ ਮਹਾਂਪੁਰਖਾਂ ਨੇ ਕੀਤਾ ਮੈਂ ਤੋਂ ਪਰੇ ਹੋ ਜਾਣਾ, ਤੂੰ ਦਾ ਭਾਵ ਪੈਦਾ ਹੋਣਾ। ਮੈਂ ਮੇਰੀ ਦਾ ਮੁੱਕ ਜਾਣਾ ਹੀ ਪ੍ਰੇਮ ਹੈ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਏ। ਜਦੋਂ ਮੈਂ ਮੁੱਕ ਜਾਵੇ ਤੇ ਤੂੰ ਸ਼ੁਰੂ ਹੋ ਜਾਵੇ, ਉਹਨੂੰ ਪ੍ਰੇਮ ਆਖਿਆ ਹੈ। ਜਿੱਥੋਂ ਤੇਰਾ ਆਰੰਭ ਹੋ ਜਾਵੇ। ਇਸ ਧਰਤੀ ਤੇ ਬਾਬਾ ਜੀ ਨੇ ਜੀਵਾਂ ਦੀਆਂ ਝੋਲੀਆਂ ਭਰੀਆਂ। ਮੋਦੀ ਖਾਨੇ ਵਿੱਚ ਬਹਿ ਕੇ ਗੁਰਦੁਆਰਾ ਸ੍ਰੀ ਹਟ ਸਾਹਿਬ ਵਾਲੇ ਸਥਾਨ ਤੇ ਤੇਰਾ ਕਹਿ ਕਰਕੇ ਤਕੜੀ ਦੀਆਂ ਧੜੀਆਂ ਤੋਲ ਕੇ ਮਹਾਰਾਜ ਨੇ ਜਦੋਂ ਜੀਵਾਂ ਦੀਆਂ ਝੋਲੀਆਂ ਭਰੀਆਂ ਤਾਂ ਕਹਿੰਦੇ ਸੀ ਘਾਟਾ ਪੈ ਜਾਣਾ। ਮਹਾਰਾਜ ਕਹਿੰਦੇ ਘਾਟਾ ਤੇ ਉਦੋਂ ਪੈਂਦਾ ਜਦੋਂ ਬੰਦਾ ਮੈਂ ਕਰਦਾ, ਜਦੋਂ ਮੇਰਾ ਕਰਦਾ, ਮੇਰੀ ਕਰਦਾ। ਜਦੋਂ ਤੇਰਾ ਕਹਿਣ ਲੱਗ ਪਵੇ ਫਿਰ ਤੇ ਘਾਟੇ ਪੂਰੇ ਹੋ ਜਾਂਦੇ ਆ। ਫਿਰ ਤਾਂ ਘਾਟੇ ਪੂਰੇ ਹੋ ਜਾਂਦੇ ਆ। ਮੈਂ ਤੋਂ ਪਰੇ ਹੋਣਾ ਪ੍ਰੇਮ। ਮੈਂ ਛੱਡ ਕੇ, ਮੇਰੀ ਛੱਡ ਕੇ, ਹੰਕਾਰ ਛੱਡ ਕੇ ਤੇ ਤੂੰ ਦੀ ਆਵਾਜ਼ ਵਿੱਚ, ਤੂੰ ਦੇ ਜਪ ਦੇ ਵਿੱਚ ਲੀਨ ਹੋਣਾ। ਤੇਰਾ ਕਹਿਣਾ, ਤਨ ਮਨ ਤੇਰਾ, ਧਨ ਵੀ ਤੇਰਾ। ਵੀ ਤਨ ਵੀ ਵਾਹਿਗੁਰੂ ਤੇਰਾ, ਮਨ ਵੀ, ਧਨ ਵੀ, ਸਭ ਕੁਝ ਤੇਰਾ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਹੇ ਸਤਿਗੁਰੂ ਜੀ, ਇਹ ਤਨ ਵੀ ਆਪ ਜੀ ਦਾ ਦਿੱਤਾ ਹੋਇਆ, ਮਨ ਵੀ ਆਪ ਜੀ ਦਾ ਦਿੱਤਾ ਹੋਇਆ, ਧਨ ਵੀ ਤੁਸੀਂ ਦਿੱਤਾ ਹੈ, ਸਭ ਕੁਝ ਹੀ ਆਪ ਜੀ ਦਾ ਹੈ।
तू ठाकुर तुम पह अरदास, जियो पिंड सब तेरी रास। ये जियो पिंड सारी आप जी ने सानू रास पूंजी दिती है, तुसी मेरे मालक हो। ये प्रेम, जदों प्रेम दे नाल कोई कर्म कीता जांदा है, फिर साध संगत जी वो धर्म बन जाता है। नाम जपण नूं भी महाराज ने गुरबाणी अंदर कर्म ही आखिया भी ये भी एक कर्म है भाई। कर्म तां करना ही पैना, सेवा करिए वो भी कर्म है, सिमरन करिए वो भी कर्म है, गुरबाणी पढ़िए वो भी कर्म है, कीर्तन करिए वो भी एक कर्म है, कथा करिए भी एक कर्म है। करना भी कर्म है, सुनना भी, बोलना भी कर्म है, सुनना भी कर्म है, सारा कुछ कर्म ही तां है। पर कर्म धर्म बन जावे जदों विच प्रेम आवेगा, प्रेम दे नाल ही सब कुछ कीता होया वो धर्म बनदा है। सतगुरां ने आख्या ना, श्रेष्ठ धर्म की है, सब तो श्रोमणी धर्म की है। धर्म की व्याख्या बहुत होई, पर गरीब नवाज ने आख्या धर्म की है, सगल धर्म में है श्रेष्ठ धर्म, हर को नाम जप निर्मल कर्म। वाहिगुरु दा नाम जप ये आ कर्म, ते कर्म भी केड़ा आख्या, निर्मल कर्म, ये पवित्र कर्म है वाहिगुरु दा नाम जप। पर जे प्रेम नाल जपिया जावेगा ते ये सगल धर्म में श्रेष्ठ धर्म बनेगा। जे अंदर प्रेम ना होया, ये पखंड भी बन सकता है, पखंड भी बन सकता है। जे प्रेम तो बिना कीता है, हुण केड़ी भावना नाल इंसान कर रहा है। ते गरीब नवाज साहब कहंदे गल ते भावना, भावना कह लो प्रेम कह लो, इक्को ही गल है। शरधा भावना प्रेम भी जे ते अंदर भावना श्रेष्ठ है, प्रेम वाली है, तां फिर तां वो धर्म दा हिस्सा बनेगा। ते जे अंदर प्रेम नहीं ते फिर लोक विखावा भी हो सकता। फिर उसनूं महाराज साहब जी ने यह भी आख्या, उसनूं आख्या जिहड़ा लोक विखावे विच कीता जांदा है भी जिन्ना मर्जी कोई मुख तो जपी जावे, इहदे नाल मुक्ति नहीं मिल लगी, इहदे नाल बंधन नहीं कट्टे जाने। उसनूं महाराज ने बाणी च आख्या। जिहड़ा प्रेम दे नाल जपदा है उहनूं आख्या वो तां एक छिन दा जपिया होया सारे बंधन कट दवेगा। प्रेम तो बिना जिहड़ा है उसनूं महाराज कहंदे मुख हो हर हर सब को करै। भी मुख तो तां सारा कोई हर हर करी जा रहा, पर प्रेम नहीं है। विरलै हिरदै वसाया, नानक जिन कै हिरदै वसिया, मोख मुक्त तिन पाया। ते हिरदे विच उदों वसेगा सतगुरु कहंदे जदों प्रेम आवेगा अंदर। तां गरीब नवाज कहंदे प्रेम तो बिना जिन्ने भी कर्म करने हन, कर्मी सहज ना उपजै। उन्हां कीते होए कर्मां दे नाल अनेक प्रकार दे जिहड़े कर्म हन, नित कर्म, निमित कर्म, कई तरह दे कर्म जिहड़े हन वो सहज नूं जन्म नहीं देंदे हन। उस कर्म दे विचों ज्ञान नहीं पैदा होवेगा। वो कर्म ते इस तरह जिवें कोई रेता दे विचों तेल कढना चाहुंदा है, इस तरह दे कर्म हन। उन्हां कर्मां दे विचों कर्म कांड तां बन जावेगा, विखावे दा कर्म तां बन जावेगा, पखंड दा कर्म तां बन जावेगा। पखंड ਉਹਨੂੰ ਕਿਹਾ ਜਾਂਦਾ है जो अंदर भावना होर है ते बाहर विखावा होर है, उसनूं पखंड आखिया है। भी करदा कुछ होर है, विखाउंदा कुछ होर है, भावना कुछ होर है, करन वाले काम कुछ होर हन, ਉਹਨੂੰ पखंड आखिया। उसे नूं आखिया कर्म धर्म। भी विखावे दे धर्म दे हन पर अंदर धर्म नहीं है। दिसण दे मात्र धर्म दा काम लगदा है पर असलीयत विच धर्म नहीं है। फिर मारे कहंदे पखंड है ते लुटिया जाना तेरा। कर्म धर्म पाखंड जो दिसै तिन जम जा गाती लुटै। तां ਉਹ ऐसे कर्मां दे नाल सतगुरु कहंदे भी सहज नहीं पैदा होवेगा, आत्मक अडोलता नहीं बनेगी। ते जिन्ना चिर आत्मक अडोलता नहीं प्राप्त हुंदी है, सहज अवस्था नहीं प्राप्त हुंदी है, ज्ञान नहीं पैदा हुंदा है, उन्ना चिर महाराज कहंदे सहसा ना जाए। अंदर जिहड़ा बनिया होया है ना तौखला, अंदर जो बनिया होया है शक संसा, वो संसा नहीं जावेगा।
ਜੀਵ ਕਰਮ ਵੀ ਕਰਦਾ ਹੈ ਪਰ ਸੰਸੇ ਦੇ ਵਿੱਚ ਵੀ ਹੈ ਵੀ ਜਿਹੜਾ ਮੈਂ ਕਰਮ ਕਰ ਰਿਹਾ ਹਾਂ ਵੀ ਇਹ ਕਰਮ ਪੂਰਾ ਹੈ ਵੀ ਕਿ ਨਹੀਂ ਹੈ, ਵੀ ਇਹਦੇ ਵਿੱਚੋਂ ਮੈਨੂੰ ਕੁਝ ਮਿਲੇਗਾ ਵੀ ਕਿ ਨਹੀਂ ਮਿਲੇਗਾ। ਉਹ ਸੰਸਾ ਬਣਿਆ ਹੀ ਰਹਿੰਦਾ ਹੈ। ਕਰਮ ਦੇ ਉੱਤੇ ਵੀ ਸੰਸਾ ਹੈ, ਧਰਮ ਦੇ ਕੰਮ ਕਰਦਾ ਹੋਇਆ ਵੀ ਸੰਸੇ ਦੇ ਵਿੱਚ ਹੈ। ਇਸੇ ਕਰਕੇ ਕਈ ਵਾਰੀ ਗੁਰੂ ਕੇ ਦਰ ਤੇ ਵੀ ਆਉਂਦਾ ਹੈ ਤੇ ਕਈ ਵਾਰੀ ਉਹ ਸੰਸੇ ਦੇ ਵਿੱਚ ਪਿਆ ਹੋਇਆ ਗੁਰੂ ਦਾ ਦਰ ਛੱਡ ਕਰਕੇ ਹੋਰ ਵੀ ਸੱਜੇ ਖੱਬੇ ਚਲੇ ਜਾਂਦਾ ਹੈ। ਜਿਸ ਨੂੰ ਮਹਾਂਪੁਰਖ ਆਪਣੇ ਬੋਲਾਂ ਵਿੱਚ ਇਸ ਤਰ੍ਹਾਂ ਕਿਹਾ ਕਰਦੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ। ਤੇ ਕੋਈ ਹੰਨੇ ਬੰਨੇ, ਕੋਈ ਇੱਧਰ ਕੋਈ ਉੱਧਰ ਚਲੇ ਗਿਆ। ਉਹ ਕਿਉਂ ਚਲੇ ਗਿਆ? ਕਿਉਂਕਿ ਮਨ ਵਿੱਚ ਸੰਸਾ ਹੈ ਕਿ ਪਤਾ ਨਹੀਂ ਇੱਥੋਂ ਦਾਤ ਮਿਲਣੀ ਹੈ ਕਿ ਨਹੀਂ ਮਿਲਣੀ ਹੈ। ਨਾਲੇ ਆਉਂਦਾ ਹੈ ਤੇ ਨਾਲੇ ਵਿੱਚ ਸੰਸਾ ਵੀ ਰੱਖਦਾ ਹੈ, ਪੂਰਾ ਭਰੋਸਾ ਨਹੀਂ। ਇਸੇ ਕਰਕੇ ਤੇ ਅਰਦਾਸ ਵਿੱਚ ਇਹ ਵੀ ਮੰਗਿਆ ਜਾਂਦਾ, ਜਿੱਥੇ ਹੋਰ ਬਹੁਤ ਕੁਝ ਮੰਗਿਆ ਜਾਂਦਾ ਉੱਥੇ ਭਰੋਸਾ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਅਸੀਂ ਮੰਗਦੇ ਵੀ ਸਤਿਗੁਰੂ ਸਾਡਾ ਸੰਸਾ ਦੂਰ ਕਰ ਦਿਓ। ਸ਼ੱਕ ਨਾ ਰਵੇ ਸਾਡੇ ਮਨ ਦੇ ਵਿੱਚ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਚੱਲੇ ਆ ਵੀ ਦਾਤ ਮਿਲੇਗੀ ਕਿ ਨਹੀਂ ਮਿਲੇਗੀ। ਇਹ ਸ਼ੱਕ ਤਾਂ ਰਵੇ ਹੀ ਨਾ ਵੀ ਆਏ ਆ ਗੁਰੂ ਕੇ ਦਰ ਤੇ, ਦਾਤ ਤਾਂ ਮਿਲਣੀ ਮਿਲਣੀ ਹੈ। ਇਹ ਤੋਂ ਵੱਡਾ ਤੇ ਦਰ ਹੀ ਕੋਈ ਨਹੀਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਤੋਂ ਵੱਡਾ ਤੇ ਦਰ ਹੀ ਕੋਈ ਨਹੀਂ ਦੁਨੀਆ ਦੇ ਉੱਤੇ। ਤੇ ਭਾਵਨਾ ਦੇ ਵਿੱਚੋਂ ਤਾਂ ਇਹ ਬੋਲ ਨਿਕਲਦੇ ਆ, ਪ੍ਰੇਮ ਵਿੱਚੋਂ ਤਾਂ ਇਹ ਬੋਲ ਨਿਕਲਦੇ ਆ। ਪ੍ਰੇਮੀ ਕਦੀ ਸੰਸੇ ਵਿੱਚ ਨਹੀਂ ਪੈਂਦਾ। ਜਿਹੜਾ ਪ੍ਰੇਮੀ ਹੈ ਉਹਦੇ ਅੰਦਰ ਸ਼ੱਕ ਨਹੀਂ ਹੁੰਦਾ ਹੈ। ਪ੍ਰੇਮ ਤੋਂ ਸਖਣੇ ਦੇ ਹਿਰਦੇ ਵਿੱਚ ਸ਼ੰਕਾ ਪੈਦਾ ਹੁੰਦਾ ਹੈ, ਸ਼ੱਕ ਪੈਦਾ ਹੁੰਦਾ ਹੈ। ਪ੍ਰੇਮੀ ਦੇ ਹਿਰਦੇ ਚੋਂ ਤਾਂ ਇਹ ਬੋਲ ਨਿਕਲਦੇ ਆ, ਤੁਧ ਨੋ ਛੋੜ ਜਾਈਏ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਾਰ। हे ਪ੍ਰਭੂ ਤੇਰੇ ਬਰਾਬਰ ਤਾਂ ਕੋਈ ਹੋਰ ਹੈ ਹੀ ਨਹੀਂ, ਤੇ ਤੈਨੂੰ ਛੱਡ ਕੇ ਕਿਹੜੇ ਪਾਸੇ ਜਾਈਏ। ਤੇਰੇ ਵਰਗਾ ਕੋਈ ਨਹੀਂ, ਜਿੱਡਾ ਵੱਡਾ ਤੂੰ ਹੈ ਏਡਾ ਵੱਡਾ ਕੋਈ ਨਹੀਂ। ਤੇਰਾ ਸ਼ਰੀਕ ਕੋ ਨਾਹੀ, ਜਿਸਨੂੰ ਲਵੈ ਲਾਏ ਸੁਨਾਇਆ, ਜਿਸਨੂੰ ਤੇਰੇ ਬਰਾਬਰ ਲਾਇਆ ਜਾ ਸਕੇ। ਕਿ ਤੇਰੇ ਵਰਗਾ ਕੋਈ ਹੋਰ ਵੀ ਹੈ? ਸਤਿਗੁਰੂ ਤੇਰੇ ਵਰਗਾ ਤੇ ਕੋਈ ਦੂਜਾ ਹੈ ਹੀ ਨਹੀਂ। ਜੈਸਾ ਤੂੰ ਤੈਸਾ ਤੁਹੀਂ, ਕਿਆ ਉਪਮਾ ਦੀਜੈ। ਉਪਮਾ ਮੁੱਕੀ ਜਾਂਦੀ, ਅੱਖਰ ਮੁੱਕ ਜਾਂਦੇ ਆ। ਇਹੀ ਕਿਹਾ ਜਾ ਸਕਦਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਮਨ ਆਵੇ। ਕਿ ਸਤਿਗੁਰੂ ਆਪ ਜੀ ਦੀ ਉਪਮਾ ਆਪ ਜੀ ਨੂੰ ਹੀ ਬਣ ਆਉਂਦੀ ਹੈ। ਤਾਂ ਮਹਾਰਾਜ ਕਹਿੰਦੇ ਵੀ ਜਿੰਨਾ ਚਿਰ ਸਹਿਜ ਗਿਆਨ ਨਹੀਂ ਪ੍ਰਾਪਤ ਹੁੰਦਾ ਹੈ, ਸਹਿਜ ਅਵਸਥਾ ਨਹੀਂ ਪ੍ਰਾਪਤ ਹੁੰਦੀ, ਉਹਨਾਂ ਚਿਰ ਅੰਦਰ ਜਿਹੜਾ ਬਣਿਆ ਹੋਇਆ ਸਹਿਸਾ ਹੈ, ਸੰਸਾ ਹੈ, ਉਹ ਜਾਂਦਾ ਨਹੀਂ ਹੈ। ਨਹ ਜਾਏ ਸਹਸਾ ਕਿਤੈ ਸੰਜਮ, ਹੋਰ ਕਿਸੇ ਵੀ ਸੰਜਮ ਦੇ ਨਾਲ, ਕਿਸੇ ਵੀ ਢੰਗ ਤਰੀਕੇ ਨਾਲ ਉਹ ਸੰਸਾ ਅੰਦਰੋਂ ਜਾਂਦਾ ਨਹੀਂ ਹੈ। ਰਹੇ ਕਰਮ ਕਮਾਏ, ਮਹਾਰਾਜ ਕਹਿੰਦੇ ਵੀ ਜੀਵ ਕਰਮ ਕਮਾ ਰਹੇ ਹਨ, ਅਨੇਕਾਂ ਕਰਮ ਕਮਾ ਰਹੇ ਹਨ, ਅਨੇਕਾਂ ਕਰਮ ਕਰ ਰਹੇ ਹਨ। ਜਿਹੜੇ ਧਰਮ ਦੇ ਨਾਂ ਦੇ ਉੱਤੇ ਕੀਤੇ ਜਾਂਦੇ ਕਰਮ ਹਨ, ਉਹ ਅਨੇਕ ਪ੍ਰਕਾਰ ਦੇ ਕਰਮ ਕਮਾ ਰਹੇ ਹਨ। ਜੀਵ ਕਰਮ ਕਰ ਰਹੇ ਆ, ਪਰ ਕਿਸੇ ਸੰਜਮ ਦੇ ਨਾਲ, ਕਿਸੇ ਜੁਗਤੀ ਦੇ ਨਾਲ, ਕਿਸੇ ਢੰਗ ਦੇ ਨਾਲ ਉਹ ਸਹਿਸਾ ਨਹੀਂ ਅੰਦਰੋਂ ਜਾ ਰਿਹਾ ਹੈ। ਅੰਦਰ ਖਾਲੀ ਖਾਲੀ ਹੈ, ਅੰਦਰ ਭਰਿਆ ਨਹੀਂ ਹੈ, ਅੰਦਰ ਰੱਜਿਆ ਨਹੀਂ ਹੈ, ਅੰਦਰ ਤ੍ਰਿਪਤੀ ਨਹੀਂ ਆਈ ਹੈ। ਐ ਮੁਕੰਮਲ ਤੌਰ ਦੇ ਉੱਤੇ ਅੰਦਰ ਰੱਜ ਜਿਹਾ ਨਹੀਂ ਪ੍ਰਾਪਤ ਹੋਇਆ ਹੈ। ਅੰਦਰ ਖਾਲੀ ਖਾਲੀ ਜਿਹਾ ਹੀ ਹੈ, ਉਸੇ ਤਰ੍ਹਾਂ ਹੀ ਖਾਲੀ ਜਿਹਾ ਹੀ ਤੁਰਿਆ ਫਿਰਦਾ ਹੈ। ਮਹਾਰਾਜ ਕਹਿੰਦੇ ਉਹ ਸ਼ੱਕ ਜਿਹਾ ਹੀ ਬਣਿਆ ਹੈ, ਅੰਦਰੋਂ ਸ਼ੱਕ ਟੁੱਟਦਾ ਹੀ ਨਹੀਂ ਹੈ, ਸੰਸਾ ਜਿਹਾ ਹੀ ਬਣਿਆ ਹੋਇਆ ਹੈ। ਕਰਮ ਅਨੇਕਾਂ ਕਰ ਰਹੇ, ਕਿੱਡੀ ਵੱਡੀ ਗਿਣਤੀ 'ਚ ਕਰਮ ਹੋ ਰਿਹਾ ਹੈ। ਕੀ ਸਾਰੇ ਪ੍ਰੇਮ ਦੇ ਸਹਿਤ ਹੀ ਕੀਤੇ ਜਾ ਰਹੇ ਆ ਕਿ ਜਾਂ ਕੋਈ ਹੋਰ ਭਾਵਨਾ ਦੇ ਨਾਲ? ਜਿੰਨੀ ਬਾਣੀ ਸੰਸਾਰ ਤੇ ਪੜ੍ਹੀ ਜਾ ਰਹੀ ਹੈ, ਇਹ ਬਾਣੀ ਪੜ੍ਹਨ ਦਾ ਇੱਕ ਕਰਮ ਲਾ ਲਈਏ ਵੀ ਜਿੰਨੀ ਬਾਣੀ ਸੰਸਾਰ ਦੇ ਉੱਤੇ ਪੜ੍ਹੀ ਜਾ ਰਹੀ ਹੈ, ਕੀ ਇਹ ਪ੍ਰੇਮ ਦੇ ਨਾਲ ਹੀ ਪੜ੍ਹੀ ਜਾ ਰਹੀ ਹੈ ਸਾਰੀ?
ਕਿ ਜਾਂ ਪ੍ਰੇਮ ਤੋਂ ਇਲਾਵਾ ਕੁਝ ਹੋਰ ਵੀ ਕਾਰਨ ਹੈ। ਸੋ ਪ੍ਰੇਮ ਦੇ ਨਾਲ ਕੀਤਾ ਹੋਇਆ ਕਰਮ, ਪ੍ਰੇਮ ਦੇ ਨਾਲ ਪੜ੍ਹਿਆ ਹੋਇਆ, ਤੇ ਇੱਕ ਜਪਜੀ ਸਾਹਿਬ ਦਾ ਪਾਠ ਕੋਈ ਪ੍ਰੇਮ ਨਾਲ ਪੜ੍ਹ ਲਵੇ, ਭਾਵਨਾ ਨਾਲ ਪੜ੍ਹ ਲਵੇ, ਤੇ ਗੁਰੂ ਗੁਰਤਾ ਗੱਦੀ ਦੇਣ ਵਾਸਤੇ ਤਿਆਰ ਹੋ ਜਾਂਦੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਲੱਗੇ ਸੀ ਨਾ ਗੁਰਿਆਈ ਦੇਣ ਭਾਈ ਗੋਪਾਲੇ ਨੂੰ, ਜਦੋਂ ਸ੍ਰੀ ਹਰਗੋਬਿੰਦ ਸਾਹਿਬ ਵਾਲਾ ਮਹਾਰਾਜ ਨੇ ਜੰਗ ਜਿੱਤਿਆ। ਕਹਿਣ ਲੱਗੇ ਕੋਈ ਸਿੱਖ ਜਪਜੀ ਸਾਹਿਬ ਦਾ ਸੁੱਧ ਪਾਠ ਸੁਣਾਵੇ। ਪਾਠ ਕਰਨਾ ਤੇ ਸੁੱਧ ਕਰਨਾ ਦੋਵਾਂ 'ਚ ਫਰਕ ਹੈ। ਸੁੱਧ ਪਾਠ ਕਰਨ ਵਾਸਤੇ ਤੇ ਕਰਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਟਕਸਾਲਾਂ ਤੋਰੀਆਂ, ਗੁਰਬਾਣੀ ਦੇ ਅਰਥ ਪੜ੍ਹਾਏ, ਤੇ ਕਿਹਾ ਸੀ ਦਸਵੇਂ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਣੀ ਸਿੰਘ ਸਾਹਿਬ ਨੂੰ ਕਿ ਸਿੰਘੋ ਆਖਰੀ ਸਵਾਸ ਤੱਕ ਤੁਸੀਂ ਗੁਰਬਾਣੀ ਆਪ ਜਿੱਥੇ ਪੜ੍ਹਨੀ ਆ, ਗੁਰਬਾਣੀ ਲਿਖਣੀ ਆ, ਗੁਰਬਾਣੀ ਦੀ ਕਥਾ ਕਰਨੀ ਆ, ਉੱਥੇ ਅੱਗੇ ਗੁਰਬਾਣੀ ਦੀ ਸੰਥਿਆ ਵੀ ਕਰਾਉਣੀ ਆ, ਕਿਉਂਕਿ ਬਾਕੀ ਵੀ ਸਾਰੇ ਸਿੰਘ ਗੁਰਬਾਣੀ ਦਾ ਸੁੱਧ ਪਾਠ ਕਰ ਸਕਣ। ਪਾਠ ਕਰਨਾ ਤੇ ਸੁੱਧ ਕਰਨਾ ਦੋਵਾਂ ਦੇ ਵਿੱਚ ਬੜਾ ਅੰਤਰ ਹੈ। ਤੇ ਪਰ ਜੇ ਸਾਰੀ ਉਮਰ ਬੰਦਾ ਡਰਦਾ ਹੀ ਰਵੇ ਕਿ ਜੇ ਪਾਠ ਕੀਤਾ ਤੇ ਗਲਤੀ ਹੋ ਜਾਵੇਗੀ, ਉਹ ਗਲਤੀ ਤੇ ਬਾਅਦ ਚ ਹੋਣੀ, ਉਦੋਂ ਵੱਡੀ ਗਲਤੀ ਤੇ ਇਹ ਕਰ ਰਿਹਾ ਜਿਹੜਾ ਨਹੀਂ ਕਰ ਰਿਹਾ। ਵੀ ਨਾ ਕਰਨਾ ਤੇ ਵੱਡੀ ਗਲਤੀ ਹੈ। ਜਦੋਂ ਕਰਨ ਲੱਗਾਂਗੇ ਗਲਤੀ ਹੋਵੇਗੀ ਤੇ ਫਿਰ ਉਹਦੀ ਸੰਥਿਆ ਕਰਾਂਗੇ ਤੇ ਗਲਤੀਆਂ ਨਿਕਲਣਗੀਆਂ। ਸਾਰੀ ਉਮਰ ਬੰਦਾ ਇਹੋ ਹੀ ਡਰਦਾ ਰਵੇ ਵੀ ਜੇ ਮੈਂ ਪਾਠ ਕੀਤਾ ਤੇ ਮੇਰੇ ਤੋਂ ਗਲਤੀ ਹੋ ਜਾਣੀ ਹੈ, ਇਸ ਕਰਕੇ ਆਪਾਂ ਕਰਨਾ ਹੀ ਨਹੀਂ। ਕਹਿੰਦਾ ਵੀ ਗਲਤੀ ਹੋਊਗੀ, ਆਪਾਂ ਕਰਨਾ ਹੀ ਨਹੀਂ। ਇਹ ਤਾਂ ਵੱਡੀ ਗਲਤੀ ਜਿਹੜਾ ਨਹੀਂ ਕਰਨਾ। ਕਰਨਾ ਹੈ, ਕਰਨ ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ ਕੀਤੀ ਜਾਵੇ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਕੋਈ ਸੁੱਧ ਪਾਠ ਸੁਣਾਓ। ਸਾਰੇ ਹੀ ਸਿੱਖ ਰੋਜ਼ ਨਿਤਨੇਮ ਕਰਦੇ ਸੀ, ਬੇਅੰਤ ਬਾਣੀਆਂ ਕੰਠ ਸੀ, ਪਰ ਹੁਣ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੌਣ ਸੁਣਾਵੇ ਸੁੱਧ ਪਾਠ? ਛੇਵੇਂ ਪਾਤਸ਼ਾਹ। ਫਿਰ ਹੌਸਲਾ ਜਿਹਾ ਕੀਤਾ ਭਾਈ ਗੋਪਾਲੇ ਨੇ, ਆਖਿਆ ਮਹਾਰਾਜ ਆਪ ਜੀ ਕਿਰਪਾ ਕਰੋ ਤੇ ਤੁਹਾਡੀ ਕਿਰਪਾ ਨਾਲ ਹੀ ਸੁੱਧ ਪਾਠ ਹੋਣਾ। ਤੁਸੀਂ ਕਰੋ ਕਿਰਪਾ ਤੇ ਆਪ ਜੀ ਦਾ ਦਾਸ ਇਹ ਸਿੱਖ ਸੁਣਾਵੇ। ਮਹਾਰਾਜ ਕਹਿੰਦੇ ਆ ਭਾਈ ਗੋਪਾਲਿਆ, ਆਪਣੇ ਤੋਂ ਉੱਚਾ ਆਸਣ ਲਵਾ ਕੇ ਉੱਤੇ ਚਾਦਰ ਵਿਛਾ ਦੀ ਆਪਣੀ ਮਹਾਰਾਜ ਨੇ। ਐਸ ਆਸਣ ਤੇ ਬੈਠ ਭਾਈ ਗੋਪਾਲੇ। ਮਹਾਰਾਜ ਪਾਠ ਕਰਨ ਵਾਲੇ ਨੂੰ, ਕੀਰਤਨ ਕਰਨ ਵਾਲੇ ਨੂੰ ਆਪਣੇ ਤੋਂ ਉੱਚਾ ਰੱਖਦੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸੀ, ਆਪਣੇ ਸੱਜੇ ਹੱਥ ਰੱਖਿਆ ਕਰਦੇ ਸੀ। ਆਪਣੇ ਤੋਂ ਉੱਚਾ ਆਸਣ ਲਵਾਇਆ ਭਾਈ ਗੋਪਾਲੇ ਦਾ। ਗੁਰਬਾਣੀ ਦਾ ਸਤਿਕਾਰ ਹੈ। ਜਿਸ ਵੇਲੇ ਜਪਜੀ ਸਾਹਿਬ ਆਰੰਭ ਕੀਤਾ ਨਾ ਤੇ ਭਾਈ ਗੋਪਾਲਾ ਜੀ ਨੇ ਬੋਲਿਆ ਇੱਕ ਓੰਕਾਰ। ਉਸੇ ਵੇਲੇ ਹੱਥ ਜੁੜ ਗਏ ਛੇਵੇਂ ਪਾਤਸ਼ਾਹ ਦੇ ਤੇ ਹੱਥ ਜੋੜ ਕੇ ਸੀਸ ਝੁਕਾਇਆ ਭਾਈ ਗੋਪਾਲੇ ਵੱਲ। ਸੀਸ ਕਿਹਨੂੰ ਝੁਕਾਇਆ? ਗੁਰੂ ਨਾਨਕ ਸਾਹਿਬ ਜੀ ਦੀ ਜਪਜੀ ਸਾਹਿਬ ਬਾਣੀ ਨੂੰ, ਵੀ ਸਿੱਖ ਜਪਜੀ ਸਾਹਿਬ ਸੁਣਾਉਣ ਲੱਗਾ ਹੈ। ਸੁਣਾਈ ਗਿਆ ਬੜੇ ਪਿਆਰ ਦੇ ਨਾਲ, ਬਹੁਤ ਉਚਾਰਨ ਸੁੱਧ ਹੈ, ਲਗਾ ਮਾਤਰਾ ਵਿਸਰਾਮ ਜਮਕ। ਬੜੇ ਪਿਆਰ ਦੇ ਨਾਲ ਜਦੋਂ ਜਪਜੀ ਸਾਹਿਬ ਦਾ ਪਾਠ ਸੁਣਾਉਂਦਾ ਤੇ ਕੋਈ ਖਿਆਲ ਨਹੀਂ ਅੰਦਰ ਆਇਆ। ਤੇ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਵਿਚਾਰਦੇ ਆ ਵੀ ਸਿੱਖ ਨੇ ਬੜੀ ਭਾਵਨਾ ਦੇ ਨਾਲ ਜਪਜੀ ਸਾਹਿਬ ਸੁਣਾ ਰਿਹਾ, ਇਹਨੂੰ ਭੇਟਾ ਦੇਣੀ ਕਿਹੜੀ ਦਈਏ? ਦੁਨੀਆ ਦੇ ਵਿੱਚ ਦੁਨੀਆ ਦਾ ਰਾਜ ਭਾਗ ਦੇ ਦਈਏ? ਕੋਈ ਸੋਨਾ ਚਾਂਦੀ ਰੁਪਈਏ ਦੌਲਤ ਕਿਹੜੀ ਦਈਏ? ਨਹੀਂ, ਇਹ ਸਾਰਾ ਕੁਝ ਹੀ ਛੋਟਾ ਹੈ। ਮੁੱਲ ਨਹੀਂ ਕਹਿ ਰਹੇ, ਮੁੱਲ ਹੋਰ ਚੀਜ਼ ਹੁੰਦੀ, ਭੇਟਾ ਹੋਰ ਹੁੰਦੀ ਹੈ। ਮੁੱਲ ਤਾਂ ਹੈ ਹੀ ਨਹੀਂ ਕੋਈ ਗੁਰਬਾਣੀ ਦਾ। ਭੇਟਾ ਦੇਣੀ ਭੇਟਾ। ਕਹਿੰਦੇ ਵੀ ਦੁਨੀਆ ਦੇ ਵਿੱਚ ਤਾਂ ਕੁਝ ਵੀ, ਦੁਨੀਆ ਦਾ ਰਾਜ ਭਾਗ ਵੀ ਛੋਟਾ ਹੈ। ਬ੍ਰਹਮਪੁਰੀ ਦਾ ਰਾਜ ਦੇ ਦਈਏ, ਪ੍ਰਲੋਕ ਦਾ ਰਾਜ ਦੇ ਦਈਏ, ਨਹੀਂ ਉਹ ਵੀ ਛੋਟਾ ਹੀ ਹੈ ਜਪਜੀ ਸਾਹਿਬ ਸੁਣਾਉਣ ਦੇ ਭੇਟਾ ਦੇ ਬਰਾਬਰ। ਫਿਰ ਵਿਚਾਰ ਇਹ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਹਿਰਦੇ ਵਿੱਚ ਵੀ ਸਭ ਤੋਂ
ਵੱਡੀ ਭੇਟਾ ਸੰਸਾਰ ਦੇ ਵਿੱਚ ਕੀ ਹੈ? ਸਭ ਤੋਂ ਵੱਡੀ ਚੀਜ਼ ਕੀ ਹੈ? ਉਹ ਹੈ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ। ਤੇ ਜਿਸ ਗੱਦੀ ਦੇ ਅਸੀਂ 6ਵੇਂ ਮਾਲਕ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਹੈ, ਗੁਰਤਾ ਗੱਦੀ। ਜਿਸ ਤਖਤ ਤੇ ਅਸੀਂ ਬੈਠੇ ਹਾਂ, ਇਹ ਸਿੱਖ ਨੂੰ ਹੁਣ ਗੁਰਿਆਈ ਦੇ ਦਈਏ ਜਪਜੀ ਸਾਹਿਬ ਸੁਣਾਉਣ ਦੀ ਭੇਟਾ ਵਿੱਚ। ਇਹਨੂੰ 7ਵੇਂ ਪਾਤਸ਼ਾਹ ਹੀ ਬਣਾ ਦਈਏ। 7ਵੇਂ ਪਾਤਸ਼ਾਹ। ਵੇਖੋ ਬਾਣੀ ਦੀ ਕਿੱਡੀ ਵੱਡੀ ਵਡਿਆਈ ਹੈ, ਕਿੱਡੀ ਵੱਡੀ ਮਹਿਮਾ ਹੈ। ਜੇ ਕੋਈ ਸੁੱਧ ਪੜ੍ਹੇ ਤੇ ਪ੍ਰੇਮ ਨਾਲ ਪੜ੍ਹੇ। ਮਹਾਰਾਜ ਕਹਿੰਦੇ ਗੁਰਿਆਈ ਵਿਚਾਰ ਕੀਤੀ। ਜਦੋਂ ਸ਼ਲੋਕ ਦੇ ਲਾਗੇ ਪਹੁੰਚਿਆ ਨਾ ਭਾਈ ਗੋਪਾਲਾ, ਤੇ ਮਨ 'ਚ ਫੁਰਨਾ ਫੁਰ ਗਿਆ। ਮਨ ਖਲੋਣਾ ਕਿਤੇ ਸੌਖੀ ਗੱਲ ਹੀ ਹੈ। ਮਨ ਵਾਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਇਹ ਤਾਂ ਸੁਲਤਾਨਪੁਰ ਸਾਹਿਬ ਤੋਂ ਕਾਬਲ ਕੰਧਾਰ ਘੋੜੇ ਖਰੀਦਣ ਲੈ ਜਾਂਦਾ। ਗੁਰਦੁਆਰਾ ਅੰਤਰਜਾਮਤਾ ਸਾਹਿਬ ਇਸੇ ਇਤਿਹਾਸ ਦੇ ਵਿੱਚ ਹੈ। ਇਹ ਮਸੀਤ ਵਿੱਚ ਬੈਠਿਆ ਹੋਇਆ ਘਰ ਦੇ ਵਿੱਚ ਵਿਸ਼ੇਰੇ ਦੀ ਰਾਖੀ ਕਰਨ ਲੈ ਜਾਂਦਾ। ਗੁਰਦੁਆਰੇ ਸਰੀਰ ਨੂੰ ਛੱਡ ਕੇ ਆਪ ਕਿਤੇ ਦੌੜ ਜਾਂਦਾ। ਫੁਰਨਾ ਆ ਗਿਆ ਅਖੀਰ ਤੇ ਭਾਈ ਗੋਪਾਲੇ ਦੇ ਮਨ ਵਿੱਚ ਵੀ ਸਿੱਖ ਨੇ 5 ਘੋੜੇ ਮਹਾਰਾਜ ਨੂੰ ਭੇਟ ਕੀਤੇ ਸੀ, ਤੇ ਉਹਨਾਂ ਵਿੱਚੋਂ 4 ਤਾਂ ਵੰਡੇ ਗਏ, 1 ਹਲੇ ਖਾਲੀ ਆ। ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵਾਸਤੇ ਰੱਖ ਲਿਆ ਘੋੜਾ। 5 ਘੋੜਿਆਂ 'ਚ ਵਧੀਆ ਨਸਲ ਦੇ ਦਰਿਆਈ ਘੋੜੇ। ਇੱਕ ਆਪਣੇ ਵਾਸਤੇ ਰੱਖ ਲਿਆ, ਇੱਕ ਬਾਬਾ ਵਿਧੀ ਚੰਦ ਸਾਹਿਬ ਨੂੰ ਦੇ ਦਿੱਤਾ, ਇੱਕ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ, ਤੇ ਚੌਥਾ ਘੋੜਾ ਪਹਿੰਦੇ ਖਾਂ ਪਠਾਨ ਨੂੰ ਦੇ ਦਿੱਤਾ ਮਹਾਰਾਜ ਨੇ। ਤੇ ਇੱਕ ਨਹੀਂ ਹਲੇ ਕਿਸੇ ਨੂੰ ਦਿੱਤਾ। ਜੇ ਕਿਤੇ ਗੁਰੂ ਸਾਹਿਬ ਜੀ ਖੁਸ਼ ਹੋ ਕੇ ਮੇਰੇ ਤੇ ਮੈਨੂੰ ਉਹ ਘੋੜਾ ਦੇ ਦੇਣ ਨਾ, ਤੇ ਉਸ ਘੋੜੇ ਤੇ ਸਵਾਰ ਹੋ ਕੇ ਤੇ ਮੈਂ ਜੰਗ ਯੁੱਧ ਕਰਾਂ ਤੁਰਕਾਂ ਦੇ ਨਾਲ। ਤੇ ਸਤਿਗੁਰੂ ਅੰਤਰਜਾਮੀ ਮਹਾਰਾਜ ਨੇ ਫਿਰ ਦੱਸਿਆ ਵੀ ਅਖੀਰ ਤੇ, ਤਾਂ ਹੀ ਤੇ ਇਤਿਹਾਸ ਲਿਖਿਆ ਗਿਆ, ਤਾਂ ਹੀ ਤੇ ਗੱਲ ਸਾਡੇ ਤੀਕ ਪਹੁੰਚੀ। ਮਹਾਰਾਜ ਕਹਿੰਦੇ ਸਿੱਖਾ ਵੀ ਤੂੰ ਤਾਂ ਘੋੜਾ ਮੰਗ ਲਿਆ, ਅਸੀਂ ਤੇ ਤੈਨੂੰ ਗੁਰਿਆਈ ਦੇਣਾ ਚਾਹੁੰਦੇ ਸਾਂ ਵੀ ਤੂੰ ਸੁੱਧ ਜਪਜੀ ਸਾਹਿਬ ਦਾ ਪਾਠ ਇੰਨੇ ਪਿਆਰ ਨਾਲ ਸੁਣਾਇਆ। ਸਾਡੀ ਇੱਛਾ ਸੀ ਤੈਨੂੰ ਗੁਰਿਆਈ ਦੇ ਦਈਏ। ਕਈ ਵਾਰੀ ਸਤਿਗੁਰੂ ਸਾਨੂੰ ਬਹੁਤਾ ਦੇਣਾ ਚਾਹੁੰਦੇ ਆ ਤੇ ਅਸੀਂ ਥੋੜਾ ਮੰਗ ਲੈਨੇ ਆ। ਸਤਿਗੁਰੂ ਆਪਣੀ ਖੁਸ਼ੀ ਨਾਲ ਜ਼ਿਆਦਾ ਕੋਈ ਦੇਣਾ ਚਾਹੁੰਦੇ ਆ ਤੇ ਸਾਡੀ ਮੰਗ ਉਦੋਂ ਛੋਟੀ ਹੁੰਦੀ ਕਈ ਵਾਰੀ। ਮਹਾਰਾਜ ਕਹਿੰਦੇ ਸਿੱਖਾ ਅਸੀਂ ਤਾਂ ਤੈਨੂੰ ਗੁਰਿਆਈ ਦੇਣਾ ਚਾਹੁੰਦੇ ਸੀ, ਪਰ ਤੂੰ ਘੋੜਾ ਮੰਗਿਆ, ਲੈ ਘੋੜਾ ਲੈ। ਸਿੱਖਾਂ ਨੂੰ ਆਖਿਆ ਘੋੜਾ ਲੈ ਕੇ ਆਓ, ਪਰ ਕੱਲਾ ਘੋੜਾ ਹੀ ਨਹੀਂ, 1.25 ਲੱਖ ਦੀ ਕਾਠੀ ਪਾ ਕੇ ਲਿਆਓ ਉੱਤੇ। ਕਿਸੇ ਨੇ ਕਹਿਣਾ ਵੀ 1.25 ਲੱਖ ਦੀ ਕਾਠੀ ਨੂੰ ਕੀ ਲੱਗਾ? ਉਹਦੇ 'ਚ ਸੋਨਾ ਤੇ ਹੀਰੇ ਮੋਤੀ ਲੱਗੇ ਹੋਏ ਸਨ। ਮਹਾਰਾਜ ਕਹਿੰਦੇ 1.25 ਲੱਖ ਦੀ ਕਾਠੀ ਪਾਓ ਉੱਤੇ, ਸੁਨਹਿਰੀ ਕਾਠੀ। ਘੋੜਾ ਲੈ ਆਂਦਾ। ਇੱਕ ਮੋਹਰਾਂ ਦੀ ਭਰ ਕੇ ਖੁਰਜੀ ਦਿੱਤੀ ਮਹਾਰਾਜ ਨੇ, ਸੋਨੇ ਦੀਆਂ ਮੋਹਰਾਂ ਦੀ ਖੁਰਜੀ। ਇੱਕ ਘੋੜਾ ਦਿੱਤਾ, 1.25 ਲੱਖ ਦੀ ਕਾਠੀ ਪਾ ਕੇ ਸਿਰੋਂ ਪਾਉ ਦਿੱਤਾ, ਤੇ ਘੁੱਟ ਕੇ ਛਾਤੀ ਨਾਲ ਲਾਇਆ ਭਾਈ ਗੋਪਾਲੇ ਨੂੰ। ਆ ਸਿੱਖਾ, ਤੇਰਾ ਜੰਮਣ ਮਰਨ ਵੀ ਕੱਟਿਆ, ਤੇਰੀ ਕੁਲ ਦੀ ਵੀ ਕਲਿਆਣ ਕੀਤੀ। ਤੂੰ ਸਾਨੂੰ ਜਪਜੀ ਸਾਹਿਬ ਦਾ ਸੁੱਧ ਪਾਠ ਸੁਣਾਇਆ, ਪ੍ਰੇਮ ਨਾਲ ਸੁਣਾਇਆ, ਭਾਵਨਾ ਨਾਲ ਸੁਣਾਇਆ। ਇੰਨੀਆਂ ਬਖਸ਼ਿਸ਼ਾਂ ਸਾਧ ਸੰਗਤ ਜੀ ਮਹਾਰਾਜ ਨੇ ਕੀਤੀਆਂ। ਪਰ ਜੇ ਪ੍ਰੇਮ ਨਾਲ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਤੇ ਪ੍ਰੇਮ ਤੋਂ ਬਿਨਾ ਭਾਵੇਂ ਕੋਈ ਕਿੰਨਾ ਵੀ ਕਰੀ ਜਾਵੇ ਉਹਦਾ ਫਲ ਬਹੁਤਾ ਨਹੀਂ ਮਿਲਦਾ। ਗੱਲ ਪ੍ਰੇਮ ਦੀ ਹੈ। ਸਤਿਗੁਰੂ ਕਹਿੰਦੇ ਪ੍ਰੇਮ ਤੋਂ ਬਿਨਾ ਤਾਂ ਰਹੇ ਕਰਮ ਕਮਾਏ। ਕਿੰਨੇ ਕਰਮ ਕਮਾ ਰਹੇ, ਉਹਦੇ ਵਿੱਚੋਂ ਕੋਈ ਬਖਸ਼ਿਸ਼ ਨਹੀਂ ਪ੍ਰਾਪਤ ਹੁੰਦੀ ਹੈ। ਤੇ ਜੇ ਕਿਤੇ ਅਸ਼ੁੱਧ ਪਾਠ ਦਾ ਉਚਾਰਨ ਕੀਤਾ ਤੇ 10ਵੇਂ ਜਾਮੇ ਵਿੱਚ ਇੱਕ ਸਿੱਖ ਨੂੰ ਚਪੇੜ ਵੀ ਮਰਵਾਈ ਸੀ ਮਹਾਰਾਜ ਨੇ ਆਨੰਦਪੁਰ ਸਾਹਿਬ। ਉਹਨੇ ਆਖਿਆ ਸੀ ਮਹਾਰਾਜ ਸਵੇਰੇ ਨਿਤਨੇਮ ਕਰਦਿਆਂ ਚਪੇੜਾ ਮਾਰੀਆਂ ਤੁਹਾਡੇ ਅਜੂਰੀਏ ਸਿੱਖ ਨੇ। ਸਤਿਗੁਰੂ ਕਹਿੰਦੇ ਤੂੰ ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ। ਕੈ ਦੀ ਥਾਂ ਤੇ ਕੇ ਪੜ ਰਿਹਾ ਸੀ, ਅਰਥ ਸਾਰਾ ਹੀ ਅਨਰਥ ਹੋ ਗਿਆ, ਗਲਤ ਹੋ ਗਿਆ। ਉਥੇ ਚਪੇੜ ਵੀ ਮਰਵਾਈ ਸੀ ਮਹਾਰਾਜ ਨੂੰ। ਸੁੱਧ ਪਾਠ ਤੋਂ ਕਿੱਡੀਆਂ ਬਖਸ਼ਿਸ਼ਾਂ, ਤੇ ਜਿਸ ਵੇਲੇ ਇੱਕ ਮਾਤਰਾ ਦਾ ਹੀ ਫਰਕ ਪਿਆ ਤੇ ਉੱਥੇ ਹੀ ਚਪੇੜਾ ਮਰਵਾ ਦਿੱਤੀਆਂ। ਉਹੀ ਕਾਰਨ ਬਣਿਆ ਸੀ ਜਿੱਥੋਂ ਫਿਰ ਦਮਦਮੀ ਟਕਸਾਲ ਦਾ ਮੁੱਢ ਵੱਜਾ। ਜਦੋਂ ਉਸ ਪੰਕਤੀ ਦੇ ਅਰਥ ਸੁਣਾਏ ਸੀ ਤੇ ਫਿਰ ਸਿੰਘਾਂ ਨੇ ਆਖਿਆ ਸੀ ਸਾਰੀ ਬਾਣੀ ਦੇ ਅਰਥ ਸੁਣਾਓ, ਤੇ ਮਹਾਰਾਜ ਨੇ ਸਾਰੀ ਬਾਣੀ ਦੇ ਅਰਥ ਫਿਰ ਸੁਣਾਏ ਸੀ। ਗੁਰੂ ਕੀ ਕਾਂਸ਼ੀ ਤਾਂ ਬਣੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਅਸਥਾਨ ਤੇ
ਸਾਰੀ ਬਾਣੀ ਕੰਠੋਂ ਉਚਾਰਨ ਕਰਕੇ ਲਿਖਵਾਈ ਤੇ ਸਾਰੀ ਬਾਣੀ ਦੇ ਅਰਥ ਮਹਾਰਾਜ ਨੇ ਪੜ੍ਹਾਏ ਸਨ। ਪ੍ਰੇਮ ਤੋਂ ਬਿਨਾ ਮਹਾਰਾਜ ਕਹਿੰਦੇ ਵੀ ਕਿੰਨੇ ਵੀ ਜੀਵ ਕਰਮ ਕਮਾ ਰਹੇ ਆ, ਕਰਮ ਕਰ ਰਹੇ ਆ, ਉਹਦੇ ਵਿੱਚੋਂ ਫਿਰ ਗਿਆਨ ਨਹੀਂ ਪ੍ਰਾਪਤ ਹੋਵੇਗਾ। ਗੁਰਬਾਣੀ ਨੇ ਤਾਂ ਬ੍ਰਹਮ ਗਿਆਨ ਦੇਣਾ ਹੈ, ਤੇ ਜੇ ਪ੍ਰੇਮ ਤੋਂ ਬਿਨਾ ਭਾਵੇਂ ਕਿੰਨਾ ਮਰਜ਼ੀ ਕੋਈ ਪੜ੍ਹੀ ਜਾਵੇ। ਅੱਗੇ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ, ਆਪਣੇ ਸਮੇਂ ਦੇ ਵਿੱਚ ਹੀ ਬੜਾ ਫਰਕ ਪੈ ਗਿਆ। ਪੁਰਾਣੇ ਬਜ਼ੁਰਗ ਤਾਂ ਕਹਿੰਦੇ ਵੀ ਕਈਆਂ ਪਿੰਡਾਂ ਦੇ ਵਿੱਚ ਜਦੋਂ ਇੱਕ ਪਾਠ ਆਰੰਭ ਹੁੰਦਾ ਸੀ ਤੇ ਕਈਆਂ ਪਿੰਡਾਂ ਦੀ ਸੰਗਤ ਇਕੱਠੀ ਹੋ ਜਾਂਦੀ ਸੀ ਸੁਣਨ ਵਾਸਤੇ। ਤੇ ਹੁਣ ਵਾਲੇ ਸਮੇਂ ਦੇ ਵਿੱਚ ਪਾਠਾਂ ਦੀ ਗਿਣਤੀ ਤਾਂ ਵਧੀ ਹੈ, ਪਰ ਸੁਣਨ ਵਾਲਿਆਂ ਦੀ ਗਿਣਤੀ ਘਟੀ ਹੈ। ਕਈ ਵਾਰੀ ਆਰੰਭ ਦੇ ਉੱਤੇ ਵੀ ਨਹੀਂਗਾ ਕੋਈ ਹੁੰਦਾ, ਕਈ ਵਾਰੀ ਮੱਧ ਦੇ ਉੱਤੇ ਕੋਈ ਨਹੀਂ ਹੁੰਦਾ, ਨਹੀਂ ਤੇ ਭੋਗ ਤੇ ਮਸਾਂ ਕੋਈ ਆਉਂਦਾ, ਕਈ ਤਾਂ ਉਹ ਵੀ ਹੁਕਮਨਾਮਾ ਘਰੇ ਹੀ ਪਹੁੰਚ ਜਾਵੇ। ਕਰਮ ਤਾਂ ਹੋ ਹੀ ਰਿਹਾ ਹੈ, ਬਾਣੀ ਤਾਂ ਪੜ੍ਹੀ ਜਾ ਹੀ ਰਹੀ ਹੈ, ਪਰ ਨਾਲ ਉਹ ਪ੍ਰੇਮ, ਨਾਲ ਉਹ ਭਾਵਨਾ ਜਿਹੜਾ ਪੜ੍ਹਨ ਵਾਲੇ ਵਿੱਚ ਵੀ ਹੋਵੇ ਪ੍ਰੇਮ ਤੇ ਸੁਣਨ ਵਾਲੇ ਵਿੱਚ ਵੀ ਹੋਵੇ, ਤਾਂ ਫਿਰ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਸੰਸਾ ਦੂਰ ਹੋਵੇਗਾ। ਨਹੀਂ ਤਾਂ ਰਹੇ ਕਰਮ ਕਮਾਏ, ਉਹ ਕਰਮ ਜਿਹੜਾ ਸਿਰਫ ਕਰਮ ਕਾਂਡ ਹੀ ਰਹਿ ਜਾਵੇਗਾ। ਜੀਵ ਕਰਮ ਤਾਂ ਬਥੇਰੇ ਕਰ ਰਹੇ ਹਨ, ਪਰ ਇਹਨਾਂ ਕਰਮਾਂ ਦੇ ਨਾਲ ਅੰਦਰੋਂ ਸੰਸਾ ਦੂਰ ਨਹੀਂ ਹੁੰਦਾ ਹੈ, ਵਿੱਥ ਦੂਰ ਨਹੀਂ ਹੁੰਦੀ ਹੈ। ਸਭ ਸੈ ਜਿਉ ਮਲੀਨ ਹੈ, ਅੰਦਰ ਜਿਹੜਾ ਸ਼ੱਕ ਬਣਿਆ ਹੋਇਆ ਹੈ ਉਹਦੇ ਕਰਕੇ ਹਿਰਦਾ ਮੈਲਾ ਹੀ ਰਹਿੰਦਾ ਹੈ, ਜੀਉ ਮਲੀਨ ਹੈ। ਸੰਜਮ ਧੋਤਾ ਜਾਏ, ਉਹ ਕਿਹੜਾ ਸੰਜਮ, ਉਹ ਕਿਹੜਾ ਢੰਗ ਤਰੀਕਾ ਵਰਤਿਆ ਜਾਵੇ ਜਿਸ ਕਰਕੇ ਇਹ ਅੰਦਰ ਜਿਹੜਾ ਸਾਡਾ ਮੈਲਾ ਹੋਇਆ ਸੰਸਿਆਂ ਦੇ ਨਾਲ ਇਹ ਧੁੱਪ ਜਾਵੇ, ਇਹਨੂੰ ਧੋਤਾ ਜਾਵੇ। ਉਹ ਕਿਹੜਾ ਸੰਜਮ ਹੈ ਅੱਗੇ ਦੱਸਣਗੇ। ਮਨ ਧੋਵੋ ਸ਼ਬਦ ਲਾਗੋ, ਮਹਾਰਾਜ ਕਹਿੰਦੇ ਗੁਰੂ ਕੇ ਉਪਦੇਸ਼ ਨੂੰ ਮੰਨੋ ਭਾਈ। ਇਹ ਮੰਨ ਕਰਕੇ ਜੋ ਸ਼ਬਦ ਨੂੰ ਮੰਨਣਾ ਹੈ, ਉਪਦੇਸ਼ ਨੂੰ ਮੰਨਣਾ ਹੈ ਨਾ, ਇਹ ਮੰਨ ਕੇ ਹੀ ਧੋਣਾ ਹੈ। ਸ਼ਬਦ ਦੇ ਵਿੱਚ ਲੱਗ ਜਾਓ, ਗੁਰੂ ਕੇ ਉਪਦੇਸ਼ ਨੂੰ ਮੰਨ ਲਓ ਤੇ ਸ਼ਬਦ ਦੇ ਅਭਿਆਸ ਵਿੱਚ ਲੱਗ ਜਾਓ। ਸ਼ਬਦ ਨੂੰ ਪੜ੍ਹਨਾ ਪ੍ਰੇਮ ਦੇ ਨਾਲ, ਸ਼ਬਦ ਨੂੰ ਸੁਣਨਾ ਪ੍ਰੇਮ ਦੇ ਨਾਲ, ਸ਼ਬਦ ਕੀ ਕਹਿ ਰਿਹਾ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਸਾਹਿਬ ਕਹਿ ਰਿਹਾ ਸ਼ਬਦ ਵਿੱਚ ਉਸ ਨੂੰ ਮੰਨ ਲੈਣਾ, ਸ਼ਬਦ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ। ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਗਰੀਬ ਨਵਾਜ ਸਾਹਿਬ ਕਹਿੰਦੇ ਮਨ ਦੀ ਮਤ ਤਿਆਗੋ, ਪਰ ਨਾਲ ਹੀ ਕਹਿ ਦਿੱਤਾ ਕਠਨ ਗੱਲ ਹੈ। ਬਹੁਤ ਕੁਝ ਛੱਡਣ ਵਾਸਤੇ ਆਖਿਆ ਸ਼ਬਦ ਦੇ ਵਿੱਚ, ਬਹੁਤ ਕੁਝ ਗ੍ਰਹਿਣ ਕਰਨ ਵਾਸਤੇ ਆਖਿਆ। ਮਹਾਰਾਜ ਨੇ ਆਖਿਆ ਐਵੇਂ ਉਸਤਤੀ ਕਰੀ ਜਾਂਦਾ ਰਹਿਣਾ, ਫੋਕੀ ਉਸਤਤੀ ਛੱਡ ਦੇ। ਉਸਤਤੀ ਕਰਨੀ ਆ ਗੁਰੂ ਦੀ ਕਰ, ਉਸਤਤੀ ਕਰਨੀ ਨਿਰੰਕਾਰ ਦੀ ਕਰ, ਉਸਤਤੀ ਕਰਨੀ ਆ ਨਾਮ ਵਿੱਚ ਰੰਗਿਆਂ ਦੀ ਕਰ ਨਿਰੰਕਾਰ ਦੀ ਉਸਤਤੀ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਉਸਤਤੀ ਕਰ ਐਸੀ, ਉਸਤਤੀ ਕਰਨੀ ਆ ਗੁਰੂ ਦੀ ਕਰ। ਕਿਆ ਕਰ ਮੁਖ ਤੋਂ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮੇਟੈ ਦਾਤ। ਉਸਤਤੀ ਕਰਨੀ ਹੈ ਤੇ ਉਹਨਾਂ ਦੀ ਕਰ। ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ। ਤਿਨਾ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ। ਤਿਨਾ ਕਹਿ ਹਉ ਸਦ ਕੁਰਬਾਨੈ ਜਾਓ। ਨਾਮ ਜਪਣ ਵਾਲਿਆਂ ਦੀ ਮਾਰੇ ਕਹਿੰਦੇ ਉਸਤਤੀ ਕਰ। ਬਾਕੀ ਐਵੇਂ ਜਿਹੜੀ ਫੋਕੀ ਉਸਤਤੀ ਕਰਨੀ ਹੈ ਉਹ ਤਿਆਗੀ ਵੀ ਹੈ ਗੁਰੂ ਸਾਹਿਬ ਨੇ। ਇਹ ਨਹੀਂ ਆਖਿਆ ਵੀ ਕੱਲੀ ਨਿੰਦਿਆ ਦਾ ਤਿਆਗ ਕਰ, ਉਸਤਤੀ ਵੀ ਜਿਹੜੀ ਹੈ ਮਹਾਰਾਜ ਕਹਿੰਦੇ ਫੋਕੀ ਉਹਦਾ ਵੀ ਤਿਆਗ ਕਰ। ਨਾਵੇਂ ਪਾਤਸ਼ਾਹ ਦਾ ਪਹਿਲਾ ਹੀ ਸ਼ਬਦ ਹੈ ਤੇ ਪਹਿਲੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ ਗੌੜੀ ਰਾਗ ਦੇ ਅੰਦਰ, ਉਸਤਤ ਨਿੰਦਾ ਦੋ ਤਿਆਗੈ। ਦੋਵੇਂ ਤਿਆਗ ਮਹਾਰਾਜ ਕਹਿੰਦੇ। ਖੋਜੈ ਪਦ ਨਿਰਮਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਪਰ ਮਹਾਰਾਜ ਕਹਿੰਦੇ ਔਖਾ ਖੇਲ ਆਏ। ਕੁਝ ਕਿਤਾ ਉਸਤਤੀ ਵਿੱਚ ਮਹਾਰਾਜ ਕਹਿੰਦੇ ਲੱਗੇ, ਕੁਝ ਨਿੰਦਿਆ ਵਿੱਚ ਲੱਗੇ ਹੋਏ ਆ, ਪਰ ਦੋਨਾਂ ਨੂੰ ਤਿਆਗ ਕੇ ਜਿਹੜੇ ਵੱਖਰਾ ਖੇਲ ਹੈ ਉਹ ਕਿਸੇ ਵਿਰਲੇ ਨੇ ਜਾਣਿਆ ਹੈ।
ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਗੁਰੂ ਕੇ ਸ਼ਬਦ ਨੂੰ, ਨਾਮ ਨੂੰ ਮੰਨ ਕਰਕੇ ਮਨ ਵਿੱਚ ਜੋ ਵਸਾਉਣਾ ਹੈ, ਮਨ ਨੂੰ ਇਸ ਤਰ੍ਹਾਂ ਹਿਰਦੇ ਨੂੰ ਜਿਹੜਾ ਉਹ ਪਵਿੱਤਰ ਕਰਨਾ ਹੈ। ਜੋ ਜੀਓ ਸਹਿਸੇ ਦੇ ਨਾਲ ਮਲੀਨ ਹੋ ਰਿਹਾ, ਉਸ ਨੂੰ ਧੋਣਾ ਹੈ। ਸ਼ਬਦ ਵਿੱਚ ਲੱਗ ਜਾਓ, ਜੁੜ ਜਾਓ। ਹਰਿ ਸਿਉ ਰਹੋ ਚਿਤ ਲਾਇ। ਹੇ ਭਾਈ, ਹਰੀ ਦੇ ਨਾਲ ਆਪਣਾ ਚਿੱਤ ਲਾ ਕਰਕੇ ਰਹਿਣਾ ਕਰੋ। ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜੋ, ਕਿਉਂਕਿ ਚਿੱਤ ਹੀ ਤਾਂ ਲੱਗਦਾ ਨਹੀਂ ਹੈ। ਗੁਰਬਾਣੀ ਪੜ੍ਹਨੀ ਹੈ ਵੀ ਚਿੱਤ ਵਾਹਿਗੁਰੂ ਨਾਲ ਜੁੜ ਜਾਵੇ। ਨਿਤਨੇਮ ਕਰਨਾ ਵੀ ਚਿੱਤ ਲੱਗ ਜਾਵੇ। ਰਸਨਾ ਤੋਂ ਇਸੇ ਕਰਕੇ ਜਪਣਾ ਹੈ ਵੀ ਚਿੱਤ ਵੀ ਨਾਲ ਲੱਗ ਜਾਵੇ। ਨੇਤਰਾਂ ਨਾਲ ਦਰਸ਼ਨ ਕਰਨੇ, ਚਿੱਤ ਲੱਗ ਜਾਵੇ। ਕੰਨਾਂ ਨਾਲ ਨਾਮ ਤੇ ਬਾਣੀ, ਕੀਰਤਨ ਤੇ ਕਥਾ ਸੁਣਨੀ ਹੈ ਵੀ ਚਿੱਤ ਲੱਗ ਜਾਵੇ। ਸਤਿਗੁਰੂ ਕਹਿੰਦੇ ਹਰੀ ਦੇ ਨਾਲ ਚਿੱਤ ਜੋੜ ਕਰਕੇ ਰਹਿਣਾ ਕਰੋ ਸ਼ਬਦ ਦੇ ਰਾਹੀਂ। ਕਹੈ ਨਾਨਕ ਗੁਰ ਪ੍ਰਸਾਦੀ। ਪਰ ਗਰੀਬ ਨਵਾਜ ਕਹਿੰਦੇ ਭਾਈ, ਅਸਲ ਵਿੱਚ ਗੱਲ ਇਹ ਹੈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਪੌੜੀ ਦੀ ਸੰਪੂਰਨਤਾਈ ਕਰਦਿਆਂ ਹੋਇਆਂ ਕਹਿੰਦੇ ਹਨ, ਜਿਸ ਜੀਵ ਦੇ ਉੱਤੇ ਗੁਰੂ ਕੀ ਕਿਰਪਾ ਹੁੰਦੀ ਹੈ, ਗੁਰ ਪ੍ਰਸਾਦੀ। ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ, ਸਹਿਜ ਪੁਜੈ। ਇਹ ਭਾਈ ਗੁਰੂ ਕੀ ਕਿਰਪਾ ਦੇ ਨਾਲ ਫਿਰ ਸਹਿਜ ਪੈਦਾ ਹੁੰਦਾ ਹੈ। ਸਹਿਜ ਅਵਸਥਾ ਜੀਵ ਨੂੰ ਮਿਲਦੀ ਹੈ, ਗਿਆਨ ਪੈਦਾ ਹੁੰਦਾ ਹੈ, ਆਤਮਿਕ ਅਡੋਲਤਾ ਪੈਦਾ ਹੁੰਦੀ ਹੈ। ਉਹ ਸਹਸਾ ਨਿਭ ਜਾ। ਜਿਹੜਾ ਇਹ ਸਹਿਸਾ ਹੈ ਨਾ, ਸ਼ੰਕਾ ਬਣਿਆ ਹੋਇਆ ਹੈ। ਔਰ ਹਰੇਕ ਧਾਰਮਿਕ ਕਰਮ ਦੇ ਉੱਤੇ ਵੀ ਸ਼ੰਕਾ ਕਰਦਾ ਹੈ ਤੇ ਗੁਰੂ ਤੇ ਵੀ ਸ਼ੰਕਾ ਕਰ ਲੈਂਦਾ ਹੈ। ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਸਾਰੀ ਸੰਗਤ ਨੂੰ ਦੱਸਿਆ ਨਾ, ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਿਆਈ ਦੇ ਕੇ, ਕਿ ਹੁਣ ਅਸੀਂ ਸੱਚਖੰਡ ਚਲੇ ਜਾਣਾ, ਸਰੀਰ ਤਿਆਗ ਦੇਣਾ, ਤੇ ਸਾਡੇ ਸਰੀਰ ਦਾ ਸੰਸਕਾਰ ਉੱਥੇ ਕਰਿਓ ਜਿੱਥੇ ਸਾਡੇ ਸੇਵਕ ਜਲ ਲਿਆਉਂਦਿਆਂ ਡਿੱਗੇ ਸੀ। ਜੁਲਾਏ ਦੀ ਖੱਡੀ 'ਚ ਚਰਨ ਪਿਆ ਸੀ ਨਾ, ਉਹ ਜ਼ਮੀਨ ਮੁੱਲ ਲੈ ਲਈ ਸੀ। ਉਹ ਥਾਂ ਜੁਲਾਏ ਦੇ ਘਰ ਵਾਲਾ ਉਹਨੂੰ ਪੈਸੇ ਦੇ ਕੇ ਹੋਰ ਥਾਂ ਤੇ ਥਾਂ ਲੈ ਦਿੱਤਾ ਸੀ। ਆਖਿਆ ਸਾਡੇ ਸਰੀਰ ਦਾ ਸੰਸਕਾਰ ਉੱਥੇ ਕਰਿਓ। ਸੰਗਤ ਸਾਰੀ ਆ ਗਈ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਹੁਣ ਸਰੀਰ ਤਿਆਗ ਜਾਣਾ ਹੈ। ਤੇ ਸੰਗਤ ਵਿੱਚ ਬੈਠੇ ਹੋਏ ਹਰ ਇੱਕ ਦੀ ਭਾਵਨਾ ਵੱਖਰੀ ਵੱਖਰੀ ਹੁੰਦੀ। 4 ਕੁ ਸਿੱਖ ਪਿਛਲੇ ਪਾਸੇ ਬੈਠੇ ਆ ਤੇ ਉਹਨਾਂ ਦੇ ਮਨ ਵਿੱਚ ਸ਼ੰਕਾ ਹੋ ਗਿਆ, ਗੁਰੂ ਦੇ ਉੱਤੇ ਸ਼ੰਕਾ। ਕਹਿੰਦੇ ਵੀ ਗੁਰੂ ਨਾਨਕ ਸਾਹਿਬ ਤੇ ਸਣ ਦੇ ਹੀ ਸੱਚਖੰਡ ਗਏ ਸੀ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਖਿਆ ਸਾਡੇ ਸਰੀਰ ਦਾ ਉੱਥੇ ਸੰਸਕਾਰ ਕਰਿਓ। ਇਹਨਾਂ ਵਿੱਚ ਓਨੀ ਤਾਕਤ ਨਹੀਂ ਜਿੰਨੀ ਤਾਕਤ ਗੁਰੂ ਨਾਨਕ ਸਾਹਿਬ ਦੇ ਵਿੱਚ ਸੀ। ਸੁਭਾਵਕ ਹੀ ਇਸ ਤਰ੍ਹਾਂ ਦਾ ਸ਼ੰਕਾ 10 ਜਾਮਿਆਂ ਦੇ ਵਿੱਚ ਕਈਆਂ ਸਿੱਖਾਂ ਨੂੰ ਹੋਇਆ। ਉਹਨਾਂ ਦੇ ਫਿਰ ਸ਼ੰਕਾ ਮਹਾਰਾਜ ਨੇ ਦੂਰ ਵੀ ਕੀਤਾ। ਆਖਿਆ ਜੇ ਸਿੱਖ ਦੇ ਮਨ ਦੇ ਵਿੱਚ ਗੁਰੂ ਦੇ ਉੱਤੇ ਸ਼ੱਕ ਹੋ ਜਾਵੇ ਨਾ, ਤੇ ਉਹ ਸਿੱਖ ਭਾਵੇਂ ਕਿੰਨਾ ਵੀ ਨਾਮ ਜਪਦਾ, ਕਿੰਨਾ ਵੀ ਸੇਵਾ ਤੇ ਸਿਮਰਨ ਕਰਦਾ, ਉਹ ਨਰਕਾਂ ਦੇ ਉਰੇ ਨਹੀਂ ਖਲੋਂਦਾ ਜਦੋਂ ਗੁਰੂ ਤੇ ਸ਼ੱਕ ਕਰ ਲੈਂਦਾ। ਤੇ ਹੁਣ ਦੇ ਸਮੇਂ ਵਿੱਚ ਤਾਂ ਗੁਰੂ ਕੀ ਬਾਣੀ ਤੇ ਸ਼ੱਕ, ਗੁਰੂ ਕੇ ਇਤਿਹਾਸ ਤੇ ਸ਼ੱਕ, ਗੁਰੂ ਕੇ ਸਥਾਨਾਂ ਤੇ ਸ਼ੱਕ, ਗੁਰੂ ਦੀ ਕਰਨੀ ਤੇ ਸ਼ੱਕ, ਤੇ ਨਰਕਾਂ ਤੋਂ ਕਿਵੇਂ ਖਲੋਵੇਗਾ। ਫਿਰ ਮਹਾਰਾਜ ਨੇ ਇੱਕ ਕੌਤਕ ਵਰਤਿਆ ਉਹਨਾਂ ਸਿੱਖਾਂ ਨੂੰ ਨਰਕਾਂ ਤੋਂ ਬਚਾਉਣ ਵਾਸਤੇ। ਉਹ ਸ਼ੰਕਾ ਕਰ ਰਹੇ ਮਨ ਵਿੱਚ। ਮਹਾਰਾਜ ਸੇ ਪਲੰਘੇ ਤੇ ਬੈਠੇ ਸੀ ਤੇ ਬੈਠੇ ਬੈਠੇ ਸਰੀਰ ਅਲੋਪ ਕਰ ਲਿਆ ਤੇ ਹਫੜਾ ਦਫੜੀ ਮੱਚ ਗਈ ਸੰਗਤ ਵਿੱਚ। ਗੁਰੂ ਅਮਰਦਾਸ ਸਾਹਿਬ ਜੀ ਸੇਵਾ ਕਰ ਰਹੇ ਸੀ, ਉਹਨਾਂ ਨੂੰ ਬੁਲਾਇਆ ਗਿਆ। ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਸੱਚਖੰਡ ਚਲੇ ਗਏ, ਸਣ ਦੇ ਹੀ ਸੱਚਖੰਡ ਚਲੇ ਗਏ। ਮਾਰੇ ਵੇਖੋ ਪਲੰਘੇ ਤੇ ਬੈਠੇ ਬੈਠੇ ਅਲੋਪ ਹੋ ਗਏ। ਇਤਿਹਾਸ ਵਿੱਚ ਲਿਖਿਆ ਹੈ ਬਚਨ। ਫਿਰ ਪਲੰਘੇ ਕੋਲੇ ਆ ਕਰਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਅਰਦਾਸ ਕੀਤੀ ਵੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਆਪ ਜੀ ਨੇ ਬਚਨ ਕੀਤਾ ਸੀ ਸਾਡੇ ਪਵਿੱਤਰ ਸਰੀਰ ਦਾ ਉੱਥੇ ਸੰਸਕਾਰ ਕਰਿਓ ਤੇ ਸਾਨੂੰ ਇਹ ਸੇਵਾ ਬਖਸ਼ੋ। ਤੁਸੀਂ ਇਸ ਤਰ੍ਹਾਂ ਕਿਵੇਂ ਭਾਣਾ ਵਰਤਾ ਦਿੱਤਾ। ਫਿਰ ਮਹਾਰਾਜ ਚੌਂਕੜਾ ਲਾਇਆ ਪਲੰਘੇ ਤੇ ਫਿਰ ਬੈਠੇ ਗੁਰੂ ਅੰਗਦ ਸਾਹਿਬ ਮਹਾਰਾਜ। ਫਿਰ ਬੇਨਤੀ ਕੀਤੀ, ਮਹਾਰਾਜ ਕਿਉਂ ਆਪ ਸਣਦੇ ਹੀ ਇਸ ਤਰ੍ਹਾਂ ਇਹ ਕਿਉਂ ਭਾਣਾ ਵਰਤਾਇਆ, ਕਿਉਂ ਆਪਣਾ ਸਰੀਰ ਅਲੋਪ ਕੀਤਾ। ਕਹਿੰਦੇ ਉਹ ਪਿਛਲੇ ਪਾਸੇ ਸਿੱਖ ਬੈਠੇ ਆ, ਉਹਨਾਂ ਦੇ ਮਨ 'ਚ ਖਿਆਲ ਆਇਆ ਸੀ ਜਿਹੜੀ ਤਾਕਤ ਗੁਰੂ ਨਾਨਕ ਸਾਹਿਬ ਦੇ ਵਿੱਚ ਵਾ ਉਹ ਇਹਨਾਂ ਵਿੱਚ ਨਹੀਂ। ਗੁਰੂ ਨਾਨਕ ਸਾਹਿਬ ਸਣਦੇ ਹੀ ਗਏ ਸੀ ਸੱਚਖੰਡ ਤੇ ਇਹਨਾਂ ਨੇ ਆਖਿਆ ਸੀ ਸਰੀਰ ਤਿਆਗਣਾ। ਕਹਿੰਦੇ ਉਹਨਾਂ ਦੇ ਮਨ ਦਾ ਸ਼ੰਕਾ ਦੂਰ ਕਰਨ ਵਾਸਤੇ ਅਸੀਂ ਇਹ ਕੌਤਕ ਕੀਤਾ। ਗੁਰੂ ਸਮਰੱਥ ਵਾ ਆਪਣੀ ਮੌਜ ਦੇ ਵਿੱਚ ਪਹਿਲੇ ਜਾਮੇ 'ਚ ਸਣਦੇ ਹੀ ਗਏ, 10ਵੇਂ ਜਾਮੇ 'ਚ ਸਣਦੇ ਹੀ ਗਏ। ਵਿਚਲੇ ਸਰੂਪਾਂ ਦੇ ਵਿੱਚ ਮਹਾਰਾਜ ਨੇ ਆਪਣੇ ਸਰੀਰ ਦੀ ਸੇਵਾ ਸਿੱਖਾਂ ਨੂੰ ਬਖਸ਼ੀ। ਤੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਜੀਵ ਦੇ ਹਿਰਦੇ ਵਿੱਚ ਗਿਆਨ ਪੈਦਾ ਹੁੰਦਾ ਹੈ, ਸਹਿਜ ਪੈਦਾ ਹੁੰਦਾ, ਤੇ ਫਿਰ ਇਹਦੇ ਅੰਦਰੋਂ ਸੰਸਾ ਜਿਹੜਾ ਉਹ ਦੂਰ ਹੋ ਜਾਂਦਾ ਹੈ।
ਫਿਰ ਸੰਸਾ ਨਾ ਗੁਰੂ ਦੇ ਉੱਤੇ ਰਹਿੰਦਾ ਹੈ, ਨਾ ਗੁਰੂ ਕੇ ਸ਼ਬਦਾਂ ਤੇ ਰਹਿੰਦਾ, ਨਾ ਗੁਰੂ ਕੇ ਇਤਿਹਾਸ ਤੇ ਰਹਿੰਦਾ, ਨਾ ਗੁਰੂ ਕੇ ਸਥਾਨਾਂ ਤੇ ਰਹਿੰਦਾ। ਫਿਰ ਤੇ ਇੱਕ ਸ਼ਰਧਾ ਭਾਵਨਾ ਵਾਲੀ ਦਾਤ ਮਿਲਦੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ। ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣੇ ਆਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਮਨ ਧੋਵਹੁ ਸ਼ਬਦ ਲਾਗਹੁ, ਹਰਿ ਸਿਉ ਰਹੋ ਚਿਤ ਲਾਇ। ਕਹਿ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹੋ ਸਹਸਾ ਨਿਵ ਜਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।